ਵਾਹਿਗੁਰੂ। ਸ਼ਲੋਕ ਮਹਿਲਾ ਦੂਜਾ। ਜਿਨੀ ਚੱਲਣ ਜਾਣਿਆ ਸੇ ਕਿਉ ਕਰੇ ਬਥਾਰ। ਚੱਲਣ ਸਾਥ ਨਾ ਜਾਣਨੀ ਕਾਜ ਸਵਾਰਨ ਹਾਰ। ਮਹਿਲਾ ਦੂਜਾ। ਰਾਤ ਕਾਰਨ ਧਨ ਸੰਚੀਐ। ਰਾਤ ਕਾਰਨ ਧਨ ਸੰਚੀਐ ਭਲ ਕੇ ਚੱਲਣ ਹੋਏ। ਨਾਨਕ ਨਾਲ ਨਾ ਚੱਲਈ ਫਿਰ ਪਛਤਾਵਾ ਹੋਏ। ਮਹੱਲਾ ਦੂਜਾ। ਬੱਧਾ ਚੱਟੀ ਜੋ ਪਰੇ ਨਾ ਗੁਣ ਨਾ ਉਪਕਾਰ। ਨਾ ਗੁਣ ਨਾ ਉਪਕਾਰ ਸੇਤੀ ਖੁਸ਼ੀ ਸਵਾਰੀਐ। ਨਾਨਕ ਕਾਰਜ ਸਾਰ। ਮਹੱਲਾ ਦੂਜਾ। ਮਨ ਹਠ ਤਰਫ ਨਾ ਜੇ ਪਈ ਜੇ ਬਹੁਤਾ ਘਾਲੇ। ਤਰਫ ਜਿਨੈ ਸਤ ਬਾਉ ਦੇ ਜਨ ਨਾਨਕ ਸ਼ਬਦ ਵਿਚਾਰੇ। ਪੌੜੀ। ਕਰਤੈ ਕਾਰਨ ਜਿਨ ਕੀਆ ਸੋ ਜਾਣੈ ਸੋਈ। ਆਪੇ ਸ੍ਰਿਸ਼ਟ ਉਪਾਈਅਨ ਆਪੇ ਫੁਨ ਗੋਈ। ਜੁਗ ਚਾਰੇ ਸਭ ਪਵਥ ਕੀ ਕਿਨ ਕੀਮਤ ਹੋਈ। ਸਤਿਗੁਰ ਏਕ ਬਖਾਲਿਆ ਮਨ ਤਨ ਸੁਖ ਹੋਈ। ਗੁਰਮੁਖ ਸਦਾ ਸਲਾਹੀਐ ਕਰਤਾ ਕਰੇ ਸੋ ਹੋਈ। ਗੁਰਮੁਖ ਸਦਾ ਸਲਾਹੀਐ ਕਰਤਾ ਕਰੇ ਸੋ ਹੋਈ। ਚਬਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸੋ ਭਾਈਮਾਨ ਗੁਰੂ ਪਿਆਰਿਓ, ਆਪ ਸਭ ਤਨਤਾ ਦੇ ਯੋਗ ਹੋ ਵੱਡੇ ਭਾਗ ਨੇ। ਆਓ ਗੁਰਬਾਣੀ ਵਿਚਾਰ ਆਪਣੇ ਜੀਵਨ ਦਾ ਹਿੱਸਾ ਬਣਾਈਏ। ਰੱਬੀ ਵਿਚਾਰਾਂ ਨੂੰ ਆਪਣੀ ਬੁੱਧੀ ਸੁਰਤ ਦੇ ਵਿੱਚ ਦਿਮਾਗ ਦੇ ਵਿੱਚ ਵਸਾਉਣ ਦਾ ਯਤਨ ਕਰੀਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਆਪਸ ਵਿੱਚ ਗੁਰਫਤਿਹ ਦੀ ਸਾਂਝ ਪਾਉਣੀ। ਸਭ ਨੇ ਬੋਲਣਾ ਜੀ ਆਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ ਪਾਵਨ ਸ਼ਬਦ ਨੇ ਜੋ ਸ਼ਲੋਕ ਦੇ ਰੂਪ ਵਿੱਚ ਉਹ ਆਪਾਂ ਪੜ੍ਹੇ ਨੇ। ਬੜੀ ਪਿਆਰੀ ਵਿਚਾਰ ਆ ਜੋ ਸਾਡੀ ਜ਼ਿੰਦਗੀ ਦੀਆਂ ਊਣਤਾਈਆਂ ਨੂੰ ਸਮਝਾਉਂਦੀ ਆ ਤੇ ਨਾਲ ਦੀ ਨਾਲ ਦੂਰ ਵੀ ਕਰਦੀ ਆ। ਕੁਝ ਪੱਖ ਪੇਸ਼ ਕੀਤੇ ਆ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਨੇ। ਸ਼ਲੋਕ ਮਹੱਲਾ ਦੂਜਾ। ਪਾਤਸ਼ਾਹ ਜੀ ਜ਼ਿਕਰ ਕਰਦੇ ਨੇ, ਕਹਿੰਦੇ ਜਿਨੀ ਚੱਲਣ ਜਾਣਿਆ
ਜਿਨ੍ਹਾਂ ਨੂੰ ਇਹ ਪਤਾ ਲੱਗ ਗਿਆ ਕਿ ਅਸੀਂ ਇਸ ਧਰਤੀ ਤੋਂ ਇੱਕ ਦਿਨ ਚਲੇ ਜਾਣਾ ਹੈ, ਜਿਨ੍ਹਾਂ ਨੂੰ ਪਤਾ ਲੱਗ ਗਿਆ। ਦੇਖੋ, ਇਹ ਗੱਲ ਨਹੀਂ ਵੀ ਪਤਾ ਨਹੀਂ ਹੈ, ਪਤਾ ਸਭ ਨੂੰ ਆ। ਜਿਨ੍ਹਾਂ ਨੇ ਇਸ ਗੱਲ ਦੀ ਪਹਿਚਾਣ ਕਰ ਲਈ, ਹੁਣ ਪਤਾ ਸਭ ਨੂੰ ਆ ਵੀ ਕਿਤੇ ਦੂਰ ਨੇੜੇ ਜਾਣਾ ਨਾ ਟੂਰ ਤੇ, ਉਨਾ ਕੁ ਸਮਾਨ ਚੱਕੋ ਜਿੰਨੇ ਕੁ ਨਾ ਆਪਾਂ ਸੌਖੇ ਰਹੀਏ। ਜੇ ਨਹੀਂ ਲੋੜ ਹੈ ਤਾਂ ਨਾ ਚੱਕੋ। ਸਿਆਣਿਆਂ ਦੀ ਆਦਤ ਆ ਗਈ। ਜਿਹੜੇ ਆਪਣੇ ਵਰਗੇ ਇਉਂ ਕਹਿ ਲੋ ਵਿਚਾਰੇ ਅਣਜਾਣ ਨੇ, ਮੂਰਖ ਨੇ, ਨਹੀਂ ਪਤਾ, ਉਹ ਪੰਡਾ ਮਰ ਲੈਂਦੇ ਆ। ਪਰ ਚੇਤਾ ਰੱਖਿਓ, ਉਹ ਪੰਡਾ ਕਿਸੇ ਲੇਖੇ ਨਹੀਂ, ਤੇ ਉਹ ਪੰਡਾ ਵਾਧੂ ਦਾ ਬੋਝ ਬਣ ਕੇ ਰਹਿ ਜਾਂਦੀਆਂ ਨੇ। ਇਦਾਂ ਦੇ ਹੁੰਦੇ ਆ ਸਾਡੇ ਨਾਲ, ਸਾਡੇ ਘਰਾਂ ਦੇ ਵਿੱਚ ਰੋਜ਼ਾਨਾ ਦੇ ਪੱਖ। ਹੁਣ ਗੁਰੂ ਸਾਹਿਬ ਜੀ ਕਹਿੰਦੇ ਨੇ, ਜਿਨ੍ਹਾਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਵੀ ਮੈਂ ਇਸ ਧਰਤੀ ਤੋਂ ਇੱਕ ਦਿਨ ਚਲਾ ਜਾਣਾਗਾ, ਇੱਥੋਂ ਉਡਾਰੀ ਮਾਰ ਜਾਣੀ ਹੈ। ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰੈ ਬਥਾਰ। ਉਹ ਬਹੁਤਾ ਕੁਝ ਇਕੱਠਾ ਨਹੀਂ ਕਰਦੇ, ਬਾਹਲਾ ਖਲਾਰਾ ਨਹੀਂ ਖਿਲਾਰਦੇਗੇ, ਬਾਹਲਾ ਇੱਧਰ ਉੱਧਰ ਹੱਥ ਪੈਰ ਨਹੀਂ ਮਾਰਦੇ, ਜਿਹਨੂੰ ਆਪਾਂ ਕਹਿ ਲਈਏ। ਉਹਨਾਂ ਦਾ ਜੀਵਨ ਸੰਕੋਚਿਆ ਹੁੰਦਾ ਹੈਗਾ, ਜਿਹਨੂੰ ਆਪਾਂ ਕਹਿ ਲਈਏ। ਉਹਨਾਂ ਨੇ ਆਪਣੇ ਜੀਵਨ ਨੂੰ ਇੱਕ ਤਰਤੀਬ ਦੇ ਵਿੱਚ ਰੱਖਿਆ, ਬਣਾ ਕੇ ਨਿਯਮ ਦੇ ਵਿੱਚ ਬੰਨ੍ਹ ਲਿਆ। ਜਿਨ੍ਹਾਂ ਨੇ ਪਤਾ ਵੀ ਅੱਜ ਇੱਥੇ ਰੁਕੇ ਆ, ਕੱਲ ਨੂੰ ਇੱਥੋਂ ਚਲੇ ਜਾਣਾ, ਇੱਥੇ ਬਹੁਤਾ ਖਲਾਰਾ ਖਿਲਾਰਨ ਦੀ ਲੋੜ ਨਹੀਂ ਹੈ। ਇੱਥੇ ਉੱਧਰ ਉੱਧਰ ਆਪਣੇ ਆਪ ਨੂੰ ਵਾਧੂ ਦਾ ਖਿਲਾਰਨਾ ਕੋਈ ਖਾਸ ਗੱਲ ਨਹੀਂ, ਵਧੀਆ ਗੱਲ ਨਹੀਂ ਹੈ, ਘਟੀਆ ਗੱਲ ਆ। ਅੱਜ ਇੱਥੇ ਰਹੇ ਆ, ਅੱਜ ਦੀ ਰਾਤ ਕੱਟਣੀ ਆ, ਤੜਕੇ ਚਲੇ ਜਾਵਾਂਗੇ, ਕੀ ਫਾਇਦਾ ਬਾਹਲੀਆਂ ਮੇਰਾ ਮਾਰਨ ਦਾ। ਆਪਣਾ ਸਾਰਿਆਂ ਦਾ ਸੁਭਾਗ ਹੈ ਰਿਸ਼ਤੇਦਾਰੀ 'ਚ ਜਾਣਾ, ਦੂਰ ਨੇੜੇ ਜਾਣਾ, ਕੋਈ ਬਹੁਤਾ ਖਲਾਰਾ ਸਿਆਣਾ ਬੰਦਾ ਨਹੀਂ ਖਿਲਾਰਦਾ। ਕੱਲ ਨੂੰ ਚਲੇ ਜਾਣਾ, ਇੱਕ ਰਾਤ ਗੁਜ਼ਾਰਨੀ ਆ, 2 ਰਾਤਾਂ ਗੁਜ਼ਾਰਨੀਆਂ ਨੇ, 3 ਰਾਤਾਂ ਗੁਜ਼ਾਰਨੀਆਂ ਨੇ, ਚਲੇ ਜਾਣਾ, ਆਖਰ ਇੱਥੇ ਨਹੀਂ ਰਹਿਣਾ। ਸਿਆਣਾ ਬੰਦਾ ਬਹੁਤਾ ਜ਼ਿਆਦਾ ਕੋਈ ਖਲਾਰਾ ਨਹੀਂ ਖਿਲਾਰਦਾ। ਦੂਜੇ ਪਾਤਸ਼ਾਹ ਜੀ ਕਹਿੰਦੇ, ਫਿਰ ਜਿਹੜਾ ਬੰਦਾ ਗੁਰੂ ਨਾਲ ਮਿਲ ਕੇ ਸਿਆਣਾ ਬਣ ਗਿਆ ਨਾ, ਆਪਾਂ ਹੁਣ ਸਿਆਣੇ ਤਾਂ ਹਾਂ ਹੀ, ਕਿਉਂ ਗੁਰੂ ਦੀ ਬਾਣੀ ਅੱਜ ਨਹੀਂ, ਕਿੰਨੇ ਲੰਮੇ ਟਾਈਮ ਤੋਂ ਆਪਾਂ ਵਿਚਾਰ ਸੁਣਦੇ ਆ ਰਹੇ ਹਾਂ। ਸੇਵਾ ਸਿਮਰਨ ਗੁਰਬਾਣੀ ਸਹਿਜ ਪਾਠ ਦੇ ਨਾਲ ਜੁੜੇ ਆ ਆਪਾਂ, ਤੇ ਆਪਾਂ ਹੁਣ ਇਸ ਗੱਲ ਨੂੰ ਸਮਝਣਾ ਵੀ ਬਹੁਤਾ ਇੱਥੇ ਖਲਾਰਾ ਖਿਲਾਰਨ ਦੀ ਕੋਈ ਲੋੜ ਨਹੀਂ ਹੈ। ਬਹੁਤਾ ਇਸ ਧਰਤੀ ਤੇ ਆਪਣੇ ਆਪ ਨੂੰ ਖਿਲਾਰਨਾ ਕੋਈ ਬਾਹਲੀ ਵੱਡੀ ਗੱਲ ਨਹੀਂ ਹੈ। ਆਪਣੇ ਆਪ ਨੂੰ ਸੰਕੋਚ ਕੇ ਰੱਖਣਾ ਇਹ ਵੱਡੀ ਗੱਲ ਆ। ਆਪਣੇ ਆਪ ਨੂੰ ਗੁਰੂ ਤੋਂ ਨਿਯਮ ਸਿੱਖ ਕੇ ਉਹਨਾਂ ਨਿਯਮਾਂ ਦੇ ਨਾਲ ਮੇਲ ਕੇ ਚੱਲਣਾ, ਇਹ ਸਭ ਤੋਂ ਵਧੀਆ ਚੰਗੀ ਗੱਲ ਹੈਗੀ। ਜਿੰਨੀ ਚੱਲਣ ਜਾਣਿਆ, ਫਿਰ ਪਾਤਸ਼ਾਹ ਜੀ ਕਹਿੰਦੇ ਨੇ, ਸੇ ਕਿਉਂ ਕਰਹਿ ਬਥਾਰ। ਜਿਨ੍ਹਾਂ ਨੂੰ ਇਸ ਗੱਲ ਦੀ ਸਮਝ ਆ ਗਈ, ਉਹ ਬਹੁਤਾ ਖਲਾਰਾ ਭਾਈ ਨਹੀਂ ਖਿਲਾਰਦੇ। ਫਿਰ ਅੱਗੇ ਪਾਤਸ਼ਾਹ ਜੀ ਕਹਿੰਦੇ ਨੇ, ਚੱਲਣ ਸਾਰ ਨਾ ਜਾਣਨੀ, ਕਾਜ ਸਵਾਰਨ ਹਾਰ। ਫਿਰ ਪਾਤਸ਼ਾਹ ਜੀ ਕਹਿੰਦੇ ਨੇ, ਪਰ ਨਿਰੇ ਦੁਨੀਆ ਦੇ ਕੰਮ ਨਜਿੱਠਣ ਵਾਲੇ ਬੰਦੇ ਇੱਥੋਂ ਆਖਰ ਤੁਰ ਜਾਣ ਦਾ ਖਿਆਲ ਨਹੀਂ ਕਰਦੇ। ਜਿਨ੍ਹਾਂ ਨੇ ਜਿੰਨਾ ਵੱਡਾ ਖਲਾਰਾ ਖਿਲਾਰ ਰਹੇ ਨੇ, ਜਿਹਨੂੰ ਆਪਾਂ ਦੇਸੀ ਭਾਸ਼ਾ 'ਚ ਕਹਿੰਦੇ, ਜਿੰਨੇ ਵੱਧ ਜੱਫੇ ਪਾ ਰਹੇ ਨੇ, ਮੈਂ ਦੀ ਗੀਤ ਗਾ ਰਹੇ ਨੇ, ਫਿਰ ਪਾਤਸ਼ਾਹ ਜੀ ਕਹਿੰਦੇ ਉਹਨਾਂ ਦੀ ਆਦਤ ਕੀ ਹੁੰਦੀ ਆ, ਉਹ ਜਾਣਦੇ ਨਹੀਂ ਹੁੰਦੇ ਵੀ ਇੱਥੋਂ ਜਾਣਾ ਆਪਾਂ। ਉਹ ਭਾਵੇਂ ਦੇਖਦੇ ਨੇ ਦੁਨੀਆ ਦੇ ਵਿੱਚ ਭੋਗਾਂ ਤੇ ਬੜਾ ਇਕੱਠ ਹੁੰਦਾ ਨਾ, ਸਭ ਨੂੰ ਪਤਾ ਵੀ ਜੋ ਸਾਡਾ ਮਿੱਤਰ ਚਲਾ ਗਿਆ ਤੇ ਜਾਣਾ ਅਸੀਂ ਵੀ, ਇਹ ਨੰਬਰ ਸਾਡਾ ਵੀ ਲੱਗ ਜਾਣਾ। ਪਰ ਕਾਰਨ ਕੀ ਆ, ਉਹ ਜਾਣਦੇ ਨਹੀਂ ਨਾ, ਉਹ ਇਸ ਗੱਲ ਨੂੰ ਸਮਝਦੇ ਨਹੀਂ, ਸਮਝ ਤੋਂ ਹੀਣੇ ਨੇ। ਫਿਰ ਦੂਜੇ ਪਾਤਸ਼ਾਹ ਜੀ ਕਹਿੰਦੇ, ਇੱਥੇ 2 ਪੱਖ ਨੇ। ਉਹ ਸਿਆਣੇ ਜਿਨ੍ਹਾਂ ਨੇ ਸੰਕੋਚ ਲਿਆ ਆਪਣੇ ਆਪ ਨੂੰ, ਉਹ ਮੂਰਖ ਜਿਨ੍ਹਾਂ ਨੇ ਇਸ ਗੱਲ ਨੂੰ ਸਮਝਿਆ ਨਹੀਂ। ਇੱਥੇ ਦੋਨੇ ਗੱਲਾਂ ਦਾ ਨਿਚੋੜ ਕੀ ਆ, ਵੀ ਪਤਾ ਦੋਨੇ ਧਿਰਾਂ ਨੂੰ ਆ। ਜਿਨ੍ਹਾਂ ਨੇ ਜ਼ਿਆਦਾ ਖਲਾਰਾ ਖਿਲਾਰਿਆ ਉਹਨਾਂ ਨੂੰ ਵੀ ਪਤਾ, ਤੇ ਜਿਨ੍ਹਾਂ ਨੇ ਸਮਝ ਲਈ ਗੱਲ ਉਹਨਾਂ ਨੂੰ ਵੀ ਪਤਾ। ਕਿਉਂਕਿ ਭਗਤ ਕਬੀਰ ਸਾਹਿਬ ਨੇ ਕਿਹਾ ਨਾ, ਮਨ ਜਾਣੈ ਸਭ ਬਾਤ, ਜਾਣਤ ਹੀ ਔਗਣ ਕਰੈ।
ਇਹੋ ਜਿਹੀ ਗੱਲ ਨਹੀਂ ਵੀ ਮਨ ਸਾਡਾ ਦਿਮਾਗ ਕਿਸੇ ਗੱਲ ਤੋਂ ਅਣਜਾਣ ਨਹੀਂ ਹੈ, ਪਰ ਕਾਰਨ ਇਹ ਆ ਵੀ ਗੱਲ ਨੂੰ ਸਮਝਿਆ ਨਹੀਂ। ਬਸ ਆਪਣੇ ਅੰਦਰ ਉਸ ਗੱਲ ਦਾ ਘਰ ਨਹੀਂ ਕਰਿਆਗਾ, ਉਸ ਗੱਲ ਨੂੰ ਆਪਣੇ ਅੰਦਰ ਨਹੀਂ ਲੈ ਕੇ ਗਿਆ, ਉਸ ਗੱਲ ਤੇ ਅਮਲ ਨਹੀਂ ਕੀਤਾ, ਕਹਿ ਲੋ ਵੀ ਜਿਸ ਗੱਲ ਬਾਰੇ ਪਤਾ ਸੀਗਾ। ਫਿਰ ਦੂਜੇ ਪਾਤਸ਼ਾਹ ਨੇ ਤੇ ਸਾਨੂੰ ਸਮਝਾ ਦਿੱਤਾ ਵੀ ਇਸ ਦੁਨੀਆ ਦੇ ਵਿੱਚ ਆ ਦੋ ਕਿਸਮ ਦੇ ਲੋਕ ਨੇ। ਇੱਕ ਉਹ ਜਿਨ੍ਹਾਂ ਨੂੰ ਸਭ ਕੁਝ ਪਤਾ ਤੇ ਉਹਨਾਂ ਨੇ ਆਪਣੇ ਆਪ ਨੂੰ ਸੰਕੋਚ ਲਿਆ, ਆਪਣੇ ਜੀਵਨ ਨੂੰ ਨਿਯਮ ਚ ਲਿਆਂਦਾ। ਕੋਈ ਵੀ ਮਸ਼ੀਨਰੀ ਹੈ ਨਾ ਨਿਯਮ ਦੇ ਵਿੱਚ ਆ ਤਾਂ ਉਹ ਬੜੀ ਸਫਲਤਾ ਦਾ ਸਾਧਨ ਹੈ। ਇੱਕ ਸਾਡੀਆਂ ਮੰਜ਼ਿਲਾਂ, ਸਾਡੀਆਂ ਔਂਕੜਾਂ ਦੂਰ ਕਰ ਦਿੰਦੀ ਆ। ਉਹ ਨਿਯਮ ਤੋਂ ਬਾਹਰ ਹੋ ਜੇ 1 ਇੰਚ ਨਹੀਂ ਹਿਲਦੀ। ਪਾਣੀ ਨਿਯਮ ਤੋਂ ਬਾਹਰ ਹੋ ਜੇ ਸਭ ਕੁਝ ਤਬਾਹ ਕਰ ਦਿੰਦਾ। ਅੱਗ ਨਿਯਮ ਤੋਂ ਬਾਹਰ ਹੋ ਗਈ ਸਭ ਕੁਝ ਤਬਾਹ ਕਰ ਦਿੰਦੀ ਹੈ। ਨਿਯਮ ਦੇ ਵਿੱਚ ਹੈ ਤਾਂ ਉਹ ਕੰਮ ਬੜੇ ਕਰਦੀ ਹੈ। ਸਾਡੀ ਰਸੋਈ ਦੇ ਵਿੱਚ ਕਿੰਨੇ ਕੰਮ ਸਵਾਰ ਰਹੀ ਹੈ, ਮੋਟਰਸਾਈਕਲ, ਗੱਡੀਆਂ ਸਭ ਅੱਗ ਦੇ ਆਸਰੇ ਚੱਲਦੇ ਨੇ। ਨਿਯਮ ਤੋਂ ਬਾਹਰ ਹੋ ਗਈ ਸਭ ਕੁਝ ਮੱਚ ਜਾਂਦਾ। ਇਵੇਂ ਜਿਵੇਂ ਦੂਜੇ ਪਾਤਸ਼ਾਹ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਕਹਿੰਦੇ ਨਾ, ਜਿੰਨੀ ਚੱਲਣ ਜਾਣਿਆ, ਜਿਨ੍ਹਾਂ ਨੇ ਇਸ ਗੱਲ ਨੂੰ ਸਮਝ ਲਿਆ, ਸੇ ਕਿਉਂ ਕਰੇ ਬਥਾਰ, ਉਹ ਬਹੁਤਾ ਆਪਣਾ ਖਲਾਰਾ ਨਹੀਂ ਖਲਾਰ ਦੇਗੇ। ਜਿਨ੍ਹਾਂ ਨੇ ਇਸ ਗੱਲ ਨੂੰ ਸਮਝਿਆ ਨਹੀਂ ਹੈ, ਚੱਲਣ ਸਾਰ ਨਾ ਜਾਣਨੀ, ਕਾਜ ਸਵਾਰਨ ਹਾਰ, ਉਹਨਾਂ ਨੇ ਆਪਣੇ ਆਪ ਨੂੰ ਇਹ ਮਿਥ ਲਿਆ ਵੀ ਜੋ ਕੁਝ ਕਰਦਾ ਮੈਂ ਕਰਦਾ, ਜੋ ਕੁਝ ਹੁੰਦਾ ਮੇਰੇ ਕਰਕੇ ਹੁੰਦਾ। ਭਾਵ ਮੈਂ ਮੇਰੀ ਵਿੱਚ ਉਲਝਿਆ ਹੋਇਆ ਬੰਦਾ, ਜਿਹਨੂੰ ਆਪਾਂ ਆਮ ਹੀ ਕਹਿ ਦਿੰਦੇ ਵੀ ਦਰ ਦਰ ਤੇ ਠੋਕਰਾਂ ਖਾਂਦਾ ਜਾਂ ਪੈਰ ਪੈਰ ਤੇ ਠੋਕਰ ਖਾਂਦਾ। ਹੋ ਮੰਨ ਤਾਂ ਰਿਹਾ ਵੀ ਮੈਂ ਸਿਆਣਾ, ਮੇਰੇ ਵਰਗਾ ਹੈ ਹੀ ਨਹੀਂਗਾ, ਪਰ ਗੁਰੂ ਸਾਹਿਬ ਕਹਿੰਦੇ ਨਹੀਂ, ਅਸਲ ਦੇ ਵਿੱਚ ਉਹ ਸਿਆਣਾ ਨਹੀਂ ਹੈ। ਫਿਰ ਪਾਤਸ਼ਾਹ ਜੀ ਸਮਝਾਉਂਦੇ ਨੇ, ਕਹਿੰਦੇ ਰਾਤ ਕਾਰਨ ਧਨ ਸੰਚੀਐ, ਭਲਕੇ ਚੱਲਣ ਹੋਏ। ਰਾਤ ਕਾਰਨ ਧਨ ਸੰਚੀਐ। ਗੁਰੂ ਸਾਹਿਬ ਜੀ ਕਹਿੰਦੇ ਜੇ ਸਿਰਫ ਰਾਤ ਦੀ ਖਾਤਰ ਹੀ ਧਨ ਇਕੱਠਾ ਕਰਨਾਗਾ, ਸਵੇਰੇ ਉੱਠ ਕੇ ਤੁਰ ਪੈਣਾਗਾ, ਚੱਲਣਾ, ਇੱਥੋਂ ਜਾਣਾਗਾ, ਫਿਰ ਉਹਦਾ ਫਾਇਦਾ ਦੇਖ ਲਾ ਕੀ ਆ। ਮੰਨ ਲਓ ਆਪਾਂ ਨੂੰ ਕੀ ਕਹਿਤਾ ਵੀ ਪੂਰੀ ਜ਼ਿੰਦਗੀ, ਭਾਵੇਂ ਸਾਡੀ ਜ਼ਿੰਦਗੀ 10 ਸਾਲ ਆ, 20 ਸਾਲ ਆ, 50 ਸਾਲ ਆ, ਭਾਵੇਂ 100 ਸਾਲ ਆ, ਪੂਰੀ ਦੀ ਪੂਰੀ ਜ਼ਿੰਦਗੀ ਨੂੰ ਗੁਰਬਾਣੀ ਵਿੱਚ ਇੱਕ ਨਹੀਂ ਅਨੇਕਾਂ ਥਾਵਾਂ ਤੇ ਇੱਕ ਰਾਤ ਹੀ ਕਿਹਾ ਵੀ ਇੱਕ ਰਾਤ ਦੀ ਜ਼ਿੰਦਗੀ ਹੈ ਸਾਡੀ। ਬਸ ਜਿੱਦੇ ਮੰਨ ਲਓ ਵੀ ਅਸੀਂ ਕਿਸੇ ਕਾਰਨ ਨਾ, ਭਾਵੇਂ ਜਵਾਨੀ ਚ ਭਾਵੇਂ ਬੁਢੇਪੇ ਚ ਮੰਜੇ ਤੇ ਪੈ ਗਏ ਵੀ ਹੁਣ ਸਾਡਾ ਅੰਤ ਆ, ਸਾਨੂੰ ਇਦਾਂ ਭੁਲੇਖਾ ਪੈਣ ਲੱਗਾ ਵੀ ਖਤਮ ਆ ਬਸ, ਇਦੋਂ ਗਾਹਾਂ ਸਾਨੂੰ ਹੋਰ ਜ਼ਿੰਦਗੀ ਨਹੀਂ ਮਿਲਣੀਗੀ। ਉਦੋਂ ਪਤਾ ਲੱਗੂਗਾ, ਉਦੋਂ ਸਾਡੇ ਅੰਦਰ ਅਹਿਸਾਸ ਹੁੰਦਾ ਵੀ ਸੱਚਮੁੱਚ ਇਹ ਜ਼ਿੰਦਗੀ ਇੱਕ ਰਾਤ ਹੀ ਆ। ਰਾਤ ਆ ਦੇਖੋ ਹੈ ਤਾਂ 8 ਘੰਟਿਆਂ ਦੀ ਆ, 10 ਘੰਟਿਆਂ ਦੀ ਲਾ ਲਓ, ਰੁੱਤ ਦੇ ਮੁਤਾਬਕ 6 ਘੰਟਿਆਂ ਦੀ ਲਾ ਲਓ, ਪਰ ਗੁਜ਼ਰਦੀ ਕਿੰਨੇ ਟਾਈਮ ਚ, ਮਿੰਟਾਂ ਚ ਗੁਜ਼ਰ ਜਾਂਦੀ ਆ। ਉੱਠਣ ਵੇਲੇ ਨਾ ਤੜਕੇ ਇਉਂ ਜੇ ਮਹਿਸੂਸ ਹੁੰਦਾ ਲੈ ਹੁਣ ਪਏ ਸੀ। ਜਦੋਂ ਜ਼ਿੰਦਗੀ ਗੁਰੂ ਪਾਤਸ਼ਾਹ ਜੀ ਕਹਿੰਦੇ ਬਤੀਤ ਹੋ ਜਾਂਦੇ ਨੇ, ਅੰਤ ਅਖੀਰ ਸਮਾਂ ਆ ਜਾਂਦਾ ਗਾ, ਤਾਂ ਉਸ ਟਾਈਮ ਤੇ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਤੈਨੂੰ ਪੂਰੀ ਦੀ ਪੂਰੀ ਜ਼ਿੰਦਗੀ ਇੱਕ ਰਾਤ ਹੀ ਲੱਗੂ, ਲੈ ਕੱਲ ਪਰਸੋਂ ਜੰਮੇ ਸੀ। ਲੱਗਦਾ ਵੀ ਐਂ ਆ, ਇਹ ਕੋਈ ਸ਼ੱਕ ਦੀ ਗੱਲ ਨਹੀਂ ਹੈ। ਫਿਰ ਪਾਤਸ਼ਾਹ ਜੀ ਕਹਿੰਦੇ ਜੇ ਇਉਂ ਮਹਿਸੂਸ ਹੁੰਦਾ ਤੈਨੂੰ ਇਹ ਗੱਲ ਦਾ, ਤੇਰੇ ਹੋਰ ਭੈਣਾਂ ਭਰਾਵਾਂ ਤੋਂ ਪਤਾ ਲੱਗ ਗਿਆ, ਫਿਰ ਤੂੰ ਕਿਉਂ ਇੰਨੀ ਤੜਫਣਾ ਵਿੱਚ ਪਿਆਗਾ। ਮਤਲਬ ਸਾਨੂੰ ਕਹਿ ਦਿੱਤਾ ਦੂਜੇ ਪਾਤਸ਼ਾਹ ਨੇ, ਫਿਰ ਇੰਨੇ ਜੰਜਾਲ ਦੇ ਵਿੱਚ ਨਾ ਫਸ ਪਾਈ। ਇੱਕ ਗੱਲ ਧਿਆਨ ਵਿੱਚ ਰੱਖਿਓ, ਦੂਜੇ ਪਾਤਸ਼ਾਹ ਬੜੇ ਸੌਖੇ ਘਰ ਦਾ ਲੜਕਾ ਗਾ। ਇੱਕ ਤਾਂ ਹੁੰਦਾ ਨਾ ਵੀ ਆਪਾਂ ਕਹਿੰਦੇ ਵੀ ਇਹੋ ਜਿਹੀਆਂ ਗੱਲਾਂ ਤਾਂ ਉਹ ਸੋਚਦਾ ਹੁੰਦਾ ਜਿਹੜਾ ਆਮ ਜਿਹਾ ਬੰਦਾ ਹੋਵੇ, ਜਿਹੜਾ ਸੌਖੇ ਘਰ ਦਾ ਪਰਿਵਾਰ ਦਾ ਮੈਂਬਰ ਆ ਨਾ, ਕੋਈ ਧੀ ਪੁੱਤਾ, ਵੀ ਉਹ ਇਹੋ ਜਿਹੀਆਂ ਗੱਲਾਂ ਨਹੀਂ ਸੋਚਦਾ ਗਾ। ਇਹ ਸੱਚਾਈ ਆ, ਦੂਜੇ ਪਾਤਸ਼ਾਹ ਬੜੇ ਹੀ ਸੌਖੇ ਘਰ ਦਾ ਲੜਕਾ ਗਾ। ਤੇ ਉਹਨਾਂ ਦਾ ਕਿੱਤਾ ਕੀ ਹੈ, ਪਿਓ ਦਾ ਕਿੱਤਾ ਵੀ ਉਹੀ ਸੀ ਤੇ ਉਹਦਾ ਕਿੱਤਾ ਵੀ ਇਹੀ ਹੈ। ਗੁਰੂ ਅੰਗਦ ਮਹਾਰਾਜ ਦਾ ਕਿੱਤਾ ਕੰਮ ਇਹੀ ਹੈ, ਕਿਹੜਾ? ਦੁਕਾਨਦਾਰੀ। ਦੁਕਾਨਦਾਰੀ ਆਮ ਨਹੀਂ, ਖਾਸ ਦੁਕਾਨ ਆ ਗਈ, ਖਾਸ ਦੁਕਾਨ ਆ ਨਾ। ਹੁਣ ਦੁਕਾਨਦਾਰੀ ਆਮ ਨਹੀਂ, ਦੁਕਾਨਦਾਰੀ ਦਾ ਕੰਮ ਖਾਸ ਆ ਗੁਰੂ ਅੰਗਦ ਸਾਹਿਬ ਲਈ। ਪਰ ਚੇਤਾ ਰੱਖਿਓ, ਦੁਕਾਨਦਾਰੀ ਕਰਦਿਆਂ ਹਾਲਾਂਕਿ ਉਹ ਦੁਕਾਨਦਾਰ ਆ ਦੁਕਾਨਦਾਰ ਨਹੀਂ ਜਿਹੜਾ ਘੱਟ ਤੋਲੇ ਨਕਲੀ ਤੋਲੇ, ਨਕਲੀ ਦੇਵੇ ਤੇ ਘੱਟ ਤੋਲੇ। ਇਹ ਉਹ ਦੁਕਾਨਦਾਰ ਆ ਜਿਹੜਾ ਦਿੰਦਾ ਵੀ ਵਧੀਆ ਤੇ ਦਿੰਦਾ ਵੀ ਪੂਰਾ। ਇਹ ਬਾਬੇ ਨਾਨਕ ਵਾਲੀ ਦੁਕਾਨ ਆ ਗਈ ਜਿਹੜੀ ਸੁਲਤਾਨਪੁਰ ਲੋਧੀ ਵਿੱਚ ਆ, ਵੀ 13 ਵਾਲੀ ਦੁਕਾਨ ਆ ਇਹ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੀ। ਪਰ ਇੱਕ ਸ਼ਾਹੂਕਾਰ ਪਰਿਵਾਰ ਦਾ ਬੱਚਾ, ਲੜਕਾ, ਨੌਜਵਾਨ ਬਿਰਤੀ, ਨੌਜਵਾਨ ਸਰੀਰ ਆ, ਜਵਾਨੀ ਵਿੱਚ ਆ, ਤੇ ਜਵਾਨੀ ਵਿੱਚ ਗੁਰੂ ਨਾਨਕ ਸਾਹਿਬ ਨਾਲ ਜੁੜਿਆ ਹੈਗਾ।
कई बार ना अपने भुलेखे हुंदे ने, आपां आम ही कह दिंदे तूं जवानी लंघ गई, लो भाई मैं हुण गुरु नाल जुड़ गया। भी हुण तां तूं थोड़ी जुड़िआगा, भी तूं जुड़न वाला बन गया। मतलब तेरा सुभाਅ, तेरियां आदतां, तेरी जिंदगी दे जिहड़े पक्ष ने वो डाउन पै गए। डाउन पैण करके हुण की आ, हुण तूं नहीं जुड़िआ, ऐटोमैटिक तेरे माड़े काम शरीर ने करने बंद कर दित्ते। आ अवस्था बनी आ। लज्जत कदों आ सच नाल जुड़न दी? जवानी च। हुण दूजे पातशाह वो व्यक्ति आ जिहड़ा जवानी विच जिहड़ियां गल्लां लिख रहे आ ना, जवानी विच ये गल्लां छड्ड दित्तियां। ओ की फायदा, दिन रात इक्के काम मगर पिया फिरदा, की फायदा? कुछ कर, भले दा भी कर, कुछ अंदर तांग बनी, कुछ भला भी करिए ते कुछ भले दे कम भी करिए। बड़ा भज ले, बड़ा नठ ले, बड़ा कुछ करी जाने आ, की फायदा निकलना गा? घर परिवार विच बहुत कुछ है वाहिगुरू परमात्मा दिता होया, ऐसी गल नहीं भी नहीं है। हुण तांग बन गई भी किसी दोस्त नूं, किसी मित्र नूं लभ जिहड़ा आपां नूं भले दे कंमां नाल जोड़ देवे। आपां जिंदगी विच अपने बच्चे भी पाल गए, माता पिता दी भी संभाल करिए, नाल नाल भले दे कारज भी करिए। फिर आपां नूं पता ना भी बाबा जोध जी मिले सन, जिन्हां ने गुरबाणी सुणाई सी। बाबा जोध जी एक आम व्यक्ति है, दूजे पातशाह दे बरोबर दे नहीं हन। वो जे आपां कंपैरिजन करके वेखीए ना, दूजे पातशाह साहूकार, बाबा जोध जी आम व्यक्ति। पर बाबा जोध तो बाणी सुन ली, जिद्दे बाणी सुन ली ना, वो बाणी दी एक पंक्ति ही अंदर वड़ गई। मतलब कि कित्थे चली गई? दिमाग दी तिजोरी विच खड़ गई जाके। जित सेविया सुख पाईए। हुण जदों बाबा जोध जी ने आ शब्द सुना है ना, भी जिहनूं सेवण दे नाल, ध्याउण दे नाल सुख मिलदा। सुख आ भज्जन नठ दे विच नहीं है, सुख इन्हां महिलां मनारियां विच नहीं है, सुख अपने आप नूं बहुता ज़्यादा खलारन दे विच नहीं है। सुख किस चीज़ च? सुख है वो परमेश्वर नाल जुड़न विच। जदों ये गल सुन लई ना, हुण मन विच तांग बन गई, किवें जुड़िया जावे? सुख मिलूगा रब नाल जुड़न करके। जित सेविया सुख पाईए, सुख मिलूगा जरूर, पर मिलूगा वाहिगुरू नाल जुड़ के। हुण वाहिगुरू नाल किवें जुड़िया जावे? जदों तांग बन गई ना, वो अपना सारिआं नूं पता ना भी सुभाਅ सब दा अपना आदत आ भी जिस चीज़ दी साडे अंदर तमन्ना होवे, भावना होवे, वो मिलदी आ। ऐसी गल नहीं भी नहीं मिलदी। जो मर्जी तमन्ना अपनी बना लो तुसीं, जो मर्जी अपने अंदर निश्चा बना लो भी मेरा काम वाहिगुरू जी हो जे, वाहिगुरू करदा। पर होवे ओ जिहड़ा करन जोग होवे, वो होवे, ये ना होवे मतलब कि जिहड़ा करन जोग ना होवे। चलो वाहिगुरू सारे काम ही करदा, पर वो कारज दे प्रति अपने अंदर निश्चा बना होवेगा। हुण तां की आ भी मैं जुड़ना, रब नाल जुड़ना, परमात्मा नाल जुड़ना। फिर आपां नूं पता, बड़े वारी आपां सुनिया, उस तो बाद 2 नंबर ते सिंहा जी मिलदे ने। भाई सिंहा उप्पल भी कहा जांदा उन्हां नूं। वो बड़ा गरीब आ, दिहाड़ी करदा गा। एक तगड़े घर दा लड़का एक दिहाड़ीदार परिवार दे मैंबर तो कुछ सिखदा। ये तो चढ़दे लहिंदे दी रीत नहीं है। 1000 साल पहला निगाह मार लो, हुण निगाह मार लो, ये रीत नहीं है भी एक शाहूकार परिवार दा लड़का होवे एक दिहाड़ीदार मजदूरी करने वाले लड़के तो कुछ सिखे। ना 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 ना, ये तो हो सकदा भी एक दिहाड़ीदार परिवार साहूकार दे परिवार तो कुछ सिखे, ये तो हो सकदा। ये नहीं हो सकदा भी साहूकार दा लड़का दिहाड़ीदार तो सिखे। पर ये गुरु नानक दे घर दी रीत इदां ही आ। ये तो गुरु नानक साहब ने भी कहा सी ना जाके सालसराय जोहरी नूं भी भाई की करदा? कहंदा मैं हीरिਆਂ दा व्यापारी आ। कहंदा मैं तां नहीं मानदा भी तू हीरिਆਂ दा व्यापारी आ। क्यों? असली हीरा तां पहचाने ही नहीं तैं। मैं समझिया नहीं सच्चे पातशाह, असली हीरा किहड़ा हीरा कहने तुसीं? मैं समझिया नहीं हाँ। ते हुण गुरबाणी च सब तो वड्डा हीरा किहनूं लिखिया गा? आ शरीर नूं। आ शरीर नूं वड्डा हीरा किहड़ा हो सकदा? बाणी दे विच शरीर नूं हीरा लिखिया ना, एक दूजे दा शरीर, तुहाडा मेरा, अपने परिवार दा, बच्चे बच्चियां दा, अपनी माता, ये शरीर एक हीरा, मानस दे एक हीरा, हीरे जैसा जन्म है। पर तू इहदी परख नहीं कीती। वो कहंदा नहीं मैं बड़ी परख कर दांगा।
मैं अपने शरीर रूपी हीरे की भी बड़ी परख की है, बड़ा साਂਭ संभाल के रखा। मैं नहीं मानता भाई तेन, गुरु नानक साहब कहते नेगे, पर मन्नागा किवें, मन्नागा तां आ कौन नाल तेरे बैठा जिहड़ा तेरे घर च भज्जिया फिरदा। ये कहंदा जी मेरा नौकर आ, काम की करदा गा, ये काम करदा, कहंदा मैनूं रोटी पानी बना के देण दा, भांडे धोण दा, मेरे साफ करन दा, लीड़ा कपड़ा धोण दा, मेरे जोड़े जुत्ती झाड़ के मेरे पैरां विच पाउंदा गा। मन के चलो भी जो मैं कहना उही काम करदा, बस फर्क कहंदा इत्थे ही आ, अज तो बाद तू अपने वाली गद्दी ते अपने नौकर नूं बहा, अपने वाली गद्दी ते ना नौकर नूं बहा। अज तो बाद तैं जोड़े जुत्ती झाड़ के अपने नौकर दे पैरां च पाउणे आ। तेरा नौकर तेनों रोटी बना के खवाउंदा ना, तैं नौकर नूं रोटी बना के खवाउणी आ। तेरा नौकर तेरे भांडे मांजदा ना, तैं नौकर दे भांडे मांजणे ने। आ काम कर दे, कर सकदा गा? कहंदा जी जरूर करूंगा। पर वो तां सालसराय जौहरी हीरियां दा व्यापारी, पटने दी धरती दा अमीर व्यक्ति, सब तो अमीर आपां जिक्र की कीता, पटने दी धरती दा सब तो अमीर व्यक्ति सालसराय जौहरी ने गुरु नानक साहब दी गल मन के ना नौकर नूं नौकर नहीं समझिया, नौकर नूं अपना भरा बना लिया। नौकर नूं नौकर नहीं समझिया, नौकर नूं अपना भरा बना लिया। जदों नौकर नूं भरा बना लिया ना, फिर गुरु नानक साहब ने की कहागा, सालसराय जौहरी तू हुण सच्ची मुच्ची हीरियां दा पारखू बन गया, हुण तू असली हीरियां दा पारखू बनेगा। इदों पहलां नहीं सीगा। हुण कित्थे हीरियां दा व्यापारी, कित्थे एक नौकर, जो नौकर दा काम आ वो व्यापारी ने शुरू कर दिता। इनू कहते नेगे मनुखता दी पहचान करनी, आपस विच इंसानियत नू समझना, आपस विच प्यार दी कहानी। फिर गुरु नानक साहब ने सालसराय जौहरी दा घर ही गुरुद्वारा साहब बना दिता। अज जो जाने ना पटने सालसराय जौहरी दे घर तुसीं सारे गए होवोगे, पर उदों ध्यान च नहीं आउंदा भी की इतिहास आ, की गल आ, की बात आ। इवें जिवें ये दुनिया दी कहानी नहीं, ये गुरु नानक साहब दे घर दी कहानी आ, जिथे नौकर विच, मजदूर विच ते मालक विच अंतर नहीं समझिया जांदा हैगा। चलो गुरु पातशाह किरपा करे। एक होर पॉइंट सी जिहड़ा आपां पढ़दे सी, सिंहां उप्पल आम व्यक्ति आ, पर गुरु अंगद साहब महाराज जी खास व्यक्ति ने। संखेप ही गल करनी है, तुसीं बड़े वारी सुनी है गल ये। पर सिंहां उप्पल आपां नूं पता ना भी गुरु अंगद साहब महाराज दुकान ते जदों बाबा लहणा जी दे रूप विच आ, उन्हां कोले की लैण जांदे ने, आटा लैण गए ने, पर आटा बड़ा थोड़ा मिलिआगा। थोड़ा आटा मिलिआ ना, गरीबी है घर दे विच, दिहाड़ी नहीं जाया गया, मजदूरी नहीं होएगी, पर उत्थे बाबा लहणा जी ने आटा वध के देण दी कोशिश कीती आ भी वध लै जा, पर नहीं, जिन्नी को मेहनत दा आटा सी खरीद के घर विच ले आंदा। आके रोटियां बनाईयां, सिर्फ 3 रोटियां बनदियां ने। उन्हां 3 रोटियां दे विचों खाण वाले किन्ने व्यक्ति ने? 3, एक धी आ, एक बाप आ ते एक पत्नी आ। जने 3 ने, प्रशादे भी 3 ने। प्रशादा बन गया, खाण दी तैयारी आ। उस तो बाद एक आके लोड़वंद व्यक्ति ने कुंडा खड़का दिता, सीहियां घरे आ, हाँ घरे आ, प्रशादे दी भुख लगी आ, मैं सारे पिंड च गेड़ा कढ़िया, प्रशादा नहीं किते मिलिया। मैं सोचिया भी तू गुरु दा सिख आ ना, ते तेरे घर दे विचों मैनूं प्रशादा मिल जू। ये सारी कहानी देखदा कौन आगा? गुरु अंगद साहब महाराज भाई लहणा जी, वो देख रहे ने, पर उत्थे जवाब नहीं दिता गा। आ मेरे कोले 3 प्रशादे ना, कोई गल नहीं, भावें असीं कई दिनां तो भुखे आ, सानूं नहीं काम धंधा मिलिया सी, पैसे नहीं मिले, रोटी नहीं मिली, पैसे करके रोटी मिलूगी, पर मैं तेनों जरूर सिखावांगा। जे तू मेरा नाम लेके आवाज मारदा ना, फिर मैं शायद भावें तेनों ना आवाज ते तेरी गौर करदा, ना रोटी दिंदा, पर तू गल कीती है ना गुरु दा सिखा, सीहियां घरे आ, हुण गुरु दा सिख है कि आवाज मारी ना, रोटी तेनों जरूर मिलू। अपनियां 3 रोटियां दे विचों 1.5 प्रशादा कई दिनों तो भुखे व्यक्ति नूं छका दिता। पिछे रह गया 1.5, आप भी कई दिनों तो भुखे आ, हुण अद्धा अद्धा प्रशादा आप छकिया। पर यह सीन सारा किहने देखिया? बाबा लहणा जी ने। रिहा ना गया, आके सीहे दे पैरीं डिग पिया, कहंदा सीहिया बाणी सुनी जोध तो, पर वो बाणी ते प्रैक्टिकल नहीं मैथों हो सकिया। वो प्रैक्टिकल मैं तेरे घर विच वेखिया। तुसीं इन्ने वधिया सिख हो, तुसीं हो गरीब, इन्ने वधिया सिख हो, बस मैनूं उत्थे ले जिहदे तुसीं सिख हो, जिहड़ा तुहाडा गुरु आ। फिर बाबा लहणा जी ना, जानी कि गुरु अंगद साहब महाराज, सीहे उप्पल तो जिंदगी दा पक्ष वेख के, उहदा अंदर दा सबर संतोख वेख के, अंदर दा रज्जिया होया पन वेख के, ते बाबा जोध जी तो बाणी सुन के करतारपुर साहब आया सीगा।
ਜਿਹੜੀ ਗੱਲ ਇੱਥੇ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਲਿਖੀ ਆ। ਫਿਰ ਕਹਿੰਦਾ ਕਾਹਦੇ ਲਈ ਆਪਾਂ ਇੰਨਾ ਖਲਾਰੇ ਖਲਾਰਨੇ ਆ, ਵੀ ਜਦੋਂ ਆਪਣੇ ਨਾਲ ਹੀ ਨਹੀਂ ਕੁਝ ਜਾਣਾ ਓਨਾ ਕੁ ਸੀਮਤ ਰਹੋ ਵੀ ਜਿੰਨਾ ਕੁ ਆਪਣਾ ਪਰਿਵਾਰ ਵਧੀਆ ਢਾਂਚਾ ਤੁਰਿਆ ਜਾਵੇ। ਬਸ ਇੱਥੇ ਗੁਰੂ ਸਾਹਿਬ ਨੇ ਕੀ ਕਿਹਾ, ਰਾਤ ਕਾਰਨ ਧਨ ਸੰਚੀਐ ਭਲਕੇ ਚੱਲਣ ਹੋਏ। ਜੇ ਇੱਕ ਰਾਤ ਹੀ ਰਹਿਣਾ ਨਾ, ਰਾਤ ਰਹਿਣ ਤੇ ਜਿਸ ਕਮਰੇ ਵਿੱਚ ਰਹੇ ਆ ਨਾ, ਜਿਸ ਧਰਮਸ਼ਾਲਾ ਵਿੱਚ ਰਹੇ ਆ, ਜਿਸ ਅੱਡੇ ਤੇ, ਜਿਸ ਟਿਕਾਣੇ ਤੇ, ਜਿਸ ਰਿਸ਼ਤੇਦਾਰੀ 'ਚ ਇੱਕੋ ਹੀ ਰਾਤ ਰਹਿਣਾ, ਤੇ ਸਿਆਣਾ ਬੰਦਾ ਬਹੁਤਾ ਖਲਾਰਾ ਨਹੀਂ ਖਲਾਰਦਾਗਾ। ਜਿੰਨੀ ਚੱਲਣ ਜਾਣਿਆ ਫਿਰ ਪਾਸ਼ਾ ਜੀ ਕਹਿੰਦੇ ਨੇ ਕਿ ਸੇ ਕਿਉਂ ਕਰੇ ਖਲਾਰ, ਬਥਾਰੋ ਬਹੁਤਾ ਜ਼ਿਆਦਾ ਨਹੀਂ ਕਰਦੇਗੇ। ਫਿਰ ਸਤਿਗੁਰੂ ਪਾਤਸ਼ਾਹ ਕੇ ਨਾਨਕ ਨਾਲ ਨਾ ਚੱਲੀ ਫਿਰ ਪਛਤਾਵਾ ਹੋਏ। ਇੰਨਾ ਕੁ ਤੂੰ ਖਲਾਰਾ ਖਲਾਰ ਲਿਆ, ਇਹਦੇ ਵਿੱਚੋਂ ਨਾਲ ਤੇਰੇ ਕੁਛ ਵੀ ਨਹੀਂ ਜਾਣਾ। ਜੇ ਨਾਲ ਜਾਣ ਵਾਲਾ ਹੋਵੇ ਨਾ, ਫਿਰ ਸੱਜਣਾ ਮੈਂ ਤੈਨੂੰ ਕਦੇ ਕਹਿਣਾ ਨਹੀਂ ਸੀਗਾ ਵੀ ਤੂੰ ਇੰਨਾ ਖਲਾਰਾ ਨਾ ਖਲਾਰ। ਮੈਂ ਤੈਨੂੰ ਕਹਿਣਾ ਸੀ ਵੀ ਤੂੰ ਖਲਾਰਾ ਖਲਾਰ ਲਾ, ਸਭ ਕੁਝ ਤੇਰੇ ਨਾਲ ਚਲਾ ਜਾਵੇਗਾ। ਨਾਲ ਕੀ ਜਾਣਾ, ਨੇਕੀ ਜਾਣੀ ਆ। ਨਾਲ ਕੀ ਜਾਣਾ, ਸੱਚ ਜਾਣਾ। ਨਾਲ ਕੀ ਜਾਣਾ, ਤੇਰੀ ਇਮਾਨਦਾਰੀ ਜਾਣੀ ਆ। ਨਾਲ ਕੀ ਜਾਣਾ, ਤੂੰ ਭਲੇ ਦੇ ਕੰਮ ਕੀਤੇ ਨਾ, ਉਹਨਾਂ ਭਲੇ ਦੇ ਕਾਰਜਾਂ ਨੇ ਤੇਰੀ ਮਦਦ ਕਰਨੀ ਆ। ਸ਼ਾਇਦ ਸਾਨੂੰ ਇਸ ਗੱਲ ਦਾ ਨਹੀਂ ਪਤਾ ਲੱਗਦਾ, ਮਨੁੱਖ ਦੇ ਅੰਦਰ ਕਾਹਲ ਪੈਦਾ ਹੋ ਜਾਂਦੀ ਆ। ਸਿਆਣਿਆਂ ਦੀ ਕਹਾਵਤ ਆ ਵੀ ਔਲੇ ਦਾ ਖਾਧਾ ਤੇ ਸਿਆਣੇ ਦਾ ਕਿਹਾ। ਪਰ ਉਹ ਸਿਆਣਾ ਕੌਣ ਆ? ਉਹ ਸਿਆਣੇ ਸੱਥਾਂ ਵਾਲੇ ਨਹੀਂ। ਬੰਦਾ ਸਾਰੀ ਉਮਰ ਨਾ ਚੰਗੇ ਚੰਗੇ ਆਪਣੀ ਮਨ ਮੁਤਾਬਕ ਭਲੇ ਦੇ ਕੰਮ ਕਰਦਾ ਵੀ ਮੈਂ ਸਿਆਣਾ ਬਣ ਗਿਆ, ਪਰ ਨਹੀਂ, ਬੰਦਾ ਸਿਆਣਾ ਨਹੀਂ ਬਣਦਾ। ਸਿਆਣਾ ਕੋਈ ਕੋਈ ਹੁੰਦਾ, ਬੰਦਾ ਚਲਾਕ ਬਹੁਤ ਹੁੰਦਾ ਗਾ। ਆਪਾਂ ਕਈ ਵਾਰ ਆਪਣੀ ਚਲਾਕੀ ਨੂੰ ਸਿਆਣਾ ਮੰਨ ਲੈਂਦੇ ਆ। ਇੱਥੇ ਸਿਆਣਾ ਕੌਣ ਆ? ਗੁਰੂ ਆ। ਉਹ ਗੁਰੂ ਨੇ ਜਿਹੜੇ ਬੋਲ ਕਹਿ ਦਿੱਤੇ ਨਾ, ਉਹਨਾਂ ਦਾ ਸਵਾਦ ਸਾਨੂੰ ਅੱਜ ਨਹੀਂ, ਕੱਲ ਨੂੰ ਨਹੀਂ, ਕੁਝ ਟਾਈਮ ਬਾਅਦ ਮਿਲਣਾਗਾ। ਉਹ ਰਸ ਨਾ ਥੋੜਾ ਟਾਈਮ ਦੇਰੀ ਨਾਲ ਮਿਲਣਾਗਾ। ਫਿਰ ਪਾਤਸ਼ਾਹ ਜੀ ਨੇ ਜੋ ਬੋਲ ਕਹੇ ਨੇ, ਇਹਨਾਂ ਬੋਲਾਂ ਦਾ ਸਵਾਦ, ਇਹਨਾਂ ਬੋਲਾਂ ਦਾ ਰਸ ਮਿਲੂਗਾ ਜ਼ਰੂਰ, ਪਰ ਮਿਲੂਗਾ ਕੁਝ ਟਾਈਮ ਅਟਕ ਕੇ ਮਿਲੂਗਾ। ਆਪਣੇ ਮੁਖ ਨੂੰ ਸਾਫ਼ ਕਰਕੇ ਇਹ ਰਸ ਲੈਣ ਦੇ ਲਈ। ਉਦਾਹਰਨ ਸਮਝੋ ਥੋੜੀ ਜੀ, ਮੁਖ, ਜੀਭ, ਮੂੰਹ ਸਾਡਾ ਨਾ ਖਰਾਬ ਹੋਵੇ, ਮੰਨ ਲਓ ਬੇਬਾਦੀ ਨਾਲ ਭਰਿਆ ਪਿਆ, ਤੇ ਸਿਆਣਾ ਬੰਦਾ ਜਿੰਨਾ ਟਾਈਮ ਮੂੰਹ ਸਾਫ਼ ਨਹੀਂ ਕਰਦਾ ਉਨਾ ਟਾਈਮ ਭੋਜਨ ਪਾਣੀ ਨਹੀਂ ਛਕਦਾ। ਮੰਨ ਲਓ ਜੇ ਛਕ ਵੀ ਲੈਤਾ ਤਾਂ ਉਹਦਾ ਰਸ ਨਹੀਂ ਆਊ, ਸਵਾਦ ਨਹੀਂ ਆਊਗਾ। ਇਹ ਆਪਣੀ ਕਹਾਣੀ ਆ ਸਾਰਿਆਂ ਦੀ। ਮੂੰਹ ਬੇਬਾਦੀ ਨਾਲ ਭਰਿਆ ਹੋਇਆ ਨਾ, ਤੇ ਆਪਾਂ ਨੂੰ ਭੋਜਨ ਛਕਣ ਤੇ ਰਸ ਨਹੀਂ ਆਊ, ਸਵਾਦ ਨਹੀਂ ਆਊ। ਮੂੰਹ ਸਾਫ਼ ਕਰਨ ਤੋਂ ਬਾਅਦ ਹੀ ਰਸ ਆਵੇਗਾ। ਹੁਣ ਇੱਥੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਕਹਿੰਦੇ ਕਈ ਵਾਰ ਮਨੁੱਖੀ ਫਿਤਰਤ, ਸਾਡਾ ਸੁਭਾਅ ਇਦਾਂ ਦਾ ਵੀ ਅਸੀਂ ਆਪਣੇ ਮੂੰਹ ਨੂੰ ਸਾਫ਼ ਨਹੀਂ ਕੀਤਾ। ਮੂੰਹ ਮੀਂਜ ਇੱਥੇ ਕੰਨ ਆ। ਗੁਰੂ ਨੇ ਭੋਜਨ ਸਾਡੇ ਕੰਨਾਂ 'ਚ ਪਾਉਣਾ, ਕੰਨ ਸਾਫ਼ ਨਹੀਂ, ਕੰਨ ਰੂਪੀ ਮੂੰਹ ਸਾਫ਼ ਨਹੀਂ ਹਨ। ਉਹ ਮੈਲ ਨਾਲ, ਮਿੱਟੀ ਘੱਟੇ ਨਾਲ, ਬੇਬਾਦੀ ਨਾਲ ਭਰੇ ਪਏ ਨੇ। ਫਿਰ ਉੱਥੇ ਕਈ ਵਾਰ ਮਨੁੱਖ ਦੇ ਅੰਦਰ ਭੁਲੇਖਾ ਹੁੰਦਾ, ਯਾਰ ਮੈਨੂੰ ਕੋਈ ਸਵਾਦ ਜਾਤਾ ਹੈ ਨਹੀਂ, ਬਾਣੀ ਦਾ ਰਸ ਜਾਤਾ ਨਹੀਂ। ਆਵੇ ਵੀ ਕਿਉਂ ਭਾਈ? ਕਿਉਂਕਿ ਮੂੰਹ ਮਿੱਟੀ ਘੱਟੇ ਨਾਲ, ਬੇਬਾਦੀ ਨਾਲ ਭਰਿਆ ਪਿਆ। ਉਹ ਕਿਹੜੀ ਬੇਬਾਦੀ ਆ? ਅਗਲੀ ਪੰਕਤੀ ਵਿੱਚ ਗੁਰੂ ਸਾਹਿਬ ਨੇ ਲਿਖੀ ਆ। ਇਹ ਦੋ ਪੰਕਤੀਆਂ ਪੜ੍ਹ ਲਈਆਂ ਨਾ, ਤੀਜੀ ਪੰਕਤੀ 'ਚ ਸਾਡੇ ਅੰਦਰ ਦੀ ਬੇਬਾਦੀ ਦਾ ਜ਼ਿਕਰ ਕੀਤਾ। ਉਹ ਬੇਬਾਦੀ ਕਿਹੜੀ ਆ? ਬੱਦਾ, ਚੱਟੀ, ਜੋ ਭਰੇ, ਨਾ ਗੁਣ ਨਾ ਉਪਕਾਰ। ਦੇਖੋ ਕਿੰਨੀ ਸੋਹਣੀ ਗੱਲ ਲਿਖੀ ਆ। ਪਰ ਵਾਹਿਗੁਰੂ ਭਲਾ ਕਰੇ, ਇਹ ਗੱਲ ਨੂੰ ਦੂਜੇ ਪਾਤਸ਼ਾਹ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਕਿਹਾਗਾ। ਪਹਿਲੀਆਂ ਦੋ ਪੰਕਤੀਆਂ 'ਚ ਕੀ ਬਹੁਤਾ ਖਲਾਰਾ ਨਾ ਖਲਾਰ, ਇੱਕ ਰਾਤ ਰਹਿਣਾਗਾ, ਕਿਉਂ ਭੱਜ ਨੱਠ ਕਰਦਾ, ਥੋੜਾ ਜਿਹਾ ਜੀਵਨ ਨੂੰ ਸੰਕੋਚ ਕੇ ਚੱਲ। ਇੰਨੀ ਸੋਹਣੀ ਜ਼ਿੰਦਗੀ ਜਿਉਵੇਂਗਾ, ਇਹ ਜ਼ਿੰਦਗੀ ਹੀਰਾ ਗਈ, ਮੁੜ ਕੇ ਨਹੀਂ ਦੁਬਾਰੇ ਮਿਲਣੀ। ਮਾਨਸ ਜਨਮ ਦੁਲੰਭ ਹੈ, ਇਹਦਾ ਮੁੱਲ ਹੀ ਕੋਈ ਨਹੀਂਗਾ। ਪਰ ਇਹ ਬਹੁ ਮੁੱਲੀ ਸਰੀਰ ਨੂੰ, ਜੀਵਨ ਨੂੰ ਤੂੰ ਭਲਿਆ ਬੇਕਾਰ ਕੰਮਾਂ 'ਚ ਗਵਾਈ ਜਾਣਾਗਾ। ਮੰਦੇ ਕੰਮਾਂ ਵਿੱਚ ਗਵਾਈ ਜਾਣਾ, ਮੰਦੇ ਅਮਲ ਕਰਿੰਦਿਆਂ ਇਹ ਸਜ਼ਾਏ ਇਹ ਸਜ਼ਾ ਮਿਲਣੀ ਹੈਗੀ, ਇਹ ਸਜ਼ਾਏ ਮਿਲੂਗੀ, ਤਨਾ ਮਿਲੂਗੀ, ਪੱਕਾ ਮਿਲੂਗੀ। ਫਿਰ ਗੁਰੂ ਸਾਹਿਬ ਜੀ ਜ਼ਿਕਰ ਕੀ ਕਰਦੇ ਨੇ? ਕਹਿੰਦੇ ਫਿਰ ਸਾਡਾ ਮੁਖ, ਸਾਡੇ ਕੰਨ, ਸਾਡਾ ਜੀਵਨ ਕਿਹੜੀ ਬੇਬਾਦੀ ਨਾਲ ਭਰਿਆ ਪਿਆਗਾ। ਹੁਣ ਉਹ ਬਾਹਰੀ ਤੌਰ ਤੇ ਬੇਬਾਦੀ ਦੀ ਆਪਾਂ ਉਦਾਹਰਨ ਲੈਤੀ ਆ। ਭੋਜਨ ਖਾਣ ਤੋਂ ਪਹਿਲਾਂ ਮੂੰਹ ਸਾਫ਼ ਹੋਵੇ ਫਿਰ ਸਵਾਦ ਆਉਂਦਾ, ਨਹੀਂ ਸਾਫ਼ ਤਾਂ ਆਪਾਂ ਸਕਾਂਗੇ ਤਾਂ ਉਹਦਾ ਸਵਾਦ ਕੋਈ ਨਹੀਂ ਆਵੇਗਾ। ਇਹ ਸਾਡੇ ਮੁਖ ਦੇ ਸੁਭਾਅ ਦੀ ਗੱਲ ਹੋ ਗਈ। ਇਹਦੇ ਤੋਂ ਅੱਗੇ ਸਿੱਖਿਆ ਕੀ ਲੈਣੀ ਆ? ਆਪਾਂ ਹੁਣ ਗੁਰੂ ਨੂੰ ਪੁੱਛ ਰਿਹਾ ਵੀ ਸੱਚੇ ਪਾਤਸ਼ਾਹ ਕਿੱਥੇ ਮੂੰਹ ਦੀ ਗੱਲ,
कित्थे गुरबाणी दी गल आ भी सानू खुल के समझाओ। साडा दिमाग एडा नहीं है भी असीं तुहाडी हर गल तुसीं काबरा रूप दे विच बोलदे हो ते असीं समझ जाईए। ये सच आ, साडे कन्न बड़े गलत फैसला लैंदे ने, पर इन्हां कन्नां नूं ना थोड़ा जिहा चंगा फैसला लैण दी आदत पाओ। वो बेनती है मेरी साइड तो अलग, इन्हां कन्नां नूं सुरत नूं चंगा फैसला लैण दी ते चंगी गलबात सुनण दी आदत पालो। इहनूं बस गल गलत नहीं सुननी गी। चलो जे कन्नां विच पै भी गई वो ते अमल ना करो, कन्नां विच पै भी गई ना अमल ना करो। उदाहरण शराबी शराब पींदे ने, कोले खड़े आ, कोई गल नहीं, मजबूरी बन गई, किसी कारण वजह करके कोले खड़ गए, कोई गल नहीं, किते आदत ना बना ली अपनी भी इन्हां वांगू आपां ही बना लईए। कोई जरदा बीड़ी तंबाकू दा सेवन करदा ना, आदत ना बना ली भी आपां भी इहदे वर्गे बन जाईए ना। कोई तेरियां अखां दे सामने वेशवा वाले गंदे काम करदा ना, आदत ना बना ली बस। कोई गल नहीं, अखां ने वेख लिया, शरीर कोले आ तां की हो गया, पर आदत ना बना ली। हुण गुरु साहब कहंदे तेरे कन्नां विच अनमति अज्ञानता वाले बोल पै भी गए ना, आदत ना बना ली, किते अमल ना कर ली उन्हां ते। अमल केवल गुरु ते करना, अमल केवल नाम ते करना गा। वो अज्ञानता वाले बोल किहड़े ने? जिन्हां नाल गुरबाणी सहमत नहीं है। अच्छा बोले कित्थे जांदे ने? थाई च बोले जांदे आ ना, धर्मशाला च ना, सत्थां च ना, कित्थे बोले जांदे ने? वो तां ना वाहिगुरू भला करे जिथे आपां बैठे आ ना, इत्थे बोले जांदे ने, कई बार इत्थे बोले जांदे ने, पर उन्हां नूं अपने दिमाग च नहीं लेके जाना। दिमाग च की लेके जाना? हुण आपां गुरु नूं पुछना भी वो किहड़े बैवादी दी गल करदे हो तुसीं, किहड़ी तुसीं मिट्टी घट्टे की गल करदे हो? जिहड़ी मिट्टी घट्टे होण करके, वैवादी होण करके सानू गुरबाणी दा स्वाद नहीं आउंदा। सानू मनमती कहानियां दा स्वाद तां आउंदा, पर गुरबाणी दा स्वाद नहीं सानू आउंदा। सानू स्वाद आउंदा मनमती कहानियां, गप कहानियां दा, ते गप जिन्ने मर्जी जोड़ जोड़ छड्डी जाओ, पर असलीयत की है जो गुरु साहब ने इत्थे सानू दस्सिया हैगा। हुण पातशाह जी कहंदे ओ बैवादी आ बद्दा चट्टी जो भरे ना गुण ना उपकार। हुण गुरु साहब जी कहंदे आ बैबादी है भाई हो। फिर अगे पातशाह जी कहंदे ने सेती खुशी सवारी है नानक कारज सार। कारज भी उदों सफल होना कदों? जदों तेरे जीवन विचों बैबादी खत्म होगी, उदों सफलता मिलनी है, उन्ना टाइम सफलता नहीं मिलनी। हुण आओ थोड़ा जिहा आपां वद्दा चट्टी ते विचार करांगे। पंक्ति एक पढ़ ली, 1 सेकंड दा काम हो गया। विचार करनी आ 30 सेकंडां च हो जू, समझनी आ हो सकदा 2 घंटे लग जाण, लम्मा काम बग जू ना, फिर तो समझनी आ। हुण वद्दा चट्टी की आ? देखा देखी, चापलूसी, इनू वद्दा चट्टी कहंदे ने। चलाकी नू मुख रख के कारज करना, शोहरत करके काम करना, ये वद्दा चट्टी दे काम ने। मतलब कि ना भी पाउणा भी मैं करता ते ना कीतियां वर्गा हो गया। ना तां पाता भी हाँ मैं करता, पर की है ना कीतियां वर्गा। हुण गुरु साहब जी कहंदे साडे जीवन दे विच आ विषे विकार नेगे, माफ करना ये बैबादी हैगी, ये मिट्टी घट्टा गा, इनू तू खत्म कर दे भाई। बद्दा चट्टी ये छड़ दे, मजबूरी जी ये छड़ दे। बद्दा चट्टी है ना, स्कूल च वग भी गए, गेड़ा कढ़ के मुड़ आंदा, खेत वग भी गए, काम कोई कीता नहीं, जी लग्या नहीं, मुड़ आया ही। कोई भी कारज आ, घर दा ला लो, बाहर दा ला लो, धर्म दे नां ते ला लो, स्कूल कॉलेज ते ला लो, किसी भी किते ते ला लो, जदों अंदर शौक आ फिर सफलता मिलनी है। वो शौक गुरु कोले आउण दा भी होवे, बद्दा चट्टी ना होवे, मजबूरी ना होवे बस। फिर पातशाह जी कहंदे बद्दा चट्टी दी मैल जदों जीवन चों खत्म होगी, फिर भाई सानू गुरबाणी दा स्वाद आवेगा, उन्ना टाइम सानू गुरबाणी दा स्वाद नहीं आवेगा। हुण ये बद्दा चट्टी दे नाल साडे मनमती कारज बहुत जुड़ गए। मनमती कारज जुड़ गए ना, बंदा बाहरी तौर ते नहा के आया, बाहरी तौर ते साफ कपड़े पहन के आया, इत्थों जावांगे हो सकदा आपां जाके अपनी फिर कपड़े होर पा लईए काम धंधे वाले। सो वाहिगुरू भला करे, सच ये आ
ਵੀ ਚਲੋ ਸਫਾਈ ਰੱਖਣੀ ਜ਼ਰੂਰੀ ਆ, ਪਰ ਕਈ ਵਾਰ ਇਹ ਸਫਾਈ ਸਾਡੇ ਜੀਵਨ ਦੇ ਵਿੱਚ ਇੱਕ ਪਖੰਡ ਦਾ ਰੂਪ ਧਾਰਨ ਕਰ ਗਈ। ਕਿ ਗੁਰੂ ਸਾਹਿਬ ਨੇ ਸਾਨੂੰ ਇੱਥੇ ਰੋਕਿਆ ਸੀ। ਅਸਲ ਦੇ ਵਿੱਚ ਕੱਪੜੇ ਕਿਹੜੇ ਪਾਉਣੇ ਸਨ? ਸੱਚ ਦੇ ਗਿਆਨ ਦੇ ਕੱਪੜੇ ਪਾਉਣੇ ਸਨ, ਉਹ ਪਾਏ ਨਹੀਂ। ਨਾ ਇੱਥੇ ਆ ਕੇ ਪਾਏ ਨੇ, ਨਾ ਘਰ ਵਿੱਚ ਪਾਏ ਨੇ। ਹੁਣ ਬਾਬਾ ਲਹਿਣਾ ਜੀ ਨੇ, ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਸੱਚ ਦੇ ਕੱਪੜੇ ਕਿੱਥੋਂ ਪਾਏ ਨੇ? ਭਾਈ ਜੋਧ ਕੋਲੋਂ। ਸੱਚ ਦੇ ਕੱਪੜੇ ਕਿੱਥੋਂ ਪਾਏ ਨੇ? ਬਾਬਾ ਸਿੰਘਾਂ ਜੀ ਕੋਲੋਂ। ਤੇ ਹੁਣ ਇਹ ਨਹੀਂ ਵੀ ਬਾਬਾ ਲਹਿਣਾ ਜੀ ਦੇ ਘਰ ਵਿੱਚ ਕੱਪੜਿਆਂ ਦੀ ਕੋਈ ਕਮੀ ਆ। ਮੋਟੇ ਪਤਲੇ ਰੁੱਤ ਮੁਤਾਬਕ ਰੰਗ ਬਰੰਗੇ ਕੱਪੜਿਆਂ ਦੀ ਕੋਈ ਕਮੀ ਨਹੀਂ ਹੈ, ਪਰ ਉਹਨਾਂ ਨੇ ਕੱਪੜੇ ਪਾਏ ਨੇ ਆਪਣੀ ਜ਼ਿੰਦਗੀ 'ਚ। ਇੱਕ ਤਾਂ ਸੂਟ ਲੈ ਲਿਆ ਬਾਬਾ ਜੋਧ ਜੀ ਤੋਂ, ਤੇ ਇੱਕ ਸੂਟ ਲੈ ਲਿਆ ਬਾਬਾ ਸਿੰਘਾਂ ਜੀ ਤੋਂ। ਉਹ ਦੋਨੇ ਸੂਟ ਨਾ ਗੁਰੂ ਨਾਨਕ ਸਾਹਿਬ ਦੇ ਘਰ ਲੈ ਕੇ ਵਾਗੇ ਸੀਗੇ। ਫਿਰ ਗੁਰੂ ਨਾਨਕ ਸਾਹਿਬ ਨੇ ਪਸੰਦ ਕਰ ਲਿਆ ਸੀ, ਪੁੱਤ ਤੂੰ ਤਾਂ ਸੂਟ ਹੀ ਬੜੇ ਸੋਹਣੇ ਚੱਕੀ ਫਿਰਦਾਂਗਾ। ਕੀ ਫਿਰ ਹੁਣ ਸਾਡੇ ਤਨ ਤੇ ਪਾਏ ਹੋਏ ਸੂਟ ਗੁਰੂ ਕਬੂਲ ਕਰ ਲਵੇਗਾ? ਸਾਡੀ ਕੀਤੀ ਹੋਈ ਕਿਰਿਆ ਗੁਰੂ ਕਬੂਲ ਕਰ ਲਵੇਗਾ? ਮੈਨੂੰ ਲੱਗਦਾ ਵੀ ਨਹੀਂ, ਸ਼ਾਇਦ ਨਾ ਕਰੇ ਵੀ, ਜੇ ਆਪਾਂ ਗੁਰੂ ਦੇ ਆਖੇ ਨਾ ਲੱਗੇ। ਦੇਖੋ, ਮੈਂ ਨਹੀਂ ਕਹਿੰਦਾ ਵੀ ਚੱਜ ਦਾ ਲੀੜਾ ਕੱਪੜਾ ਨਾ ਪਾਓ, ਪਾਉਣਾ ਚਾਹੀਦਾ, ਜੀ ਭਰ ਕੇ ਜ਼ਿੰਦਗੀ ਜਿਉ, ਪਰ ਗੁਰੂ ਸਾਹਿਬ ਜੀ ਕਹਿੰਦੇ ਕੁਛ ਨਾ ਕੁਛ ਅੰਦਰ ਵੀ ਹੋਵੇ। ਦੂਸਰੀ ਗੱਲ, ਨਹਾਉਣ ਧੋਣ ਦਾ ਪੱਖ ਹੋਣਾ ਜ਼ਰੂਰੀ ਆ, ਪਰ ਇੰਨਾ ਨਹੀਂ ਵੀ ਕਿਤੇ ਬੱਧਾ ਚੱਟੀ ਦੇ ਵਿੱਚ ਨਹਾਉਣ ਧੋਣ ਵਾਲੇ ਕਾਰਜ ਵਿੱਚ ਵੱਧ ਜੁੜ ਜਾਈਏ ਤੇ ਗੁਰਬਾਣੀ ਦੀ ਗੱਲ ਸਮਝ ਗਏ ਨਾ। ਜਿਵੇਂ ਕਿ ਬੜਾ ਲੰਮਾ ਟਾਈਮ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਇੱਕ ਕਿਰਿਆ ਬਣ ਗਈ ਵੀ ਜਦੋਂ ਵੀ ਆਪਾਂ ਕਿਤੇ ਵੀ ਸਤ ਸੰਗਤ ਵਿੱਚ ਜਾਣਾ ਨਾ, ਆਪਣੇ ਹੱਥ ਪੈਰ ਮੂੰਹ ਸਾਫ਼ ਕਰਕੇ ਜਾਣਾ। ਆਪਾਂ ਨੂੰ ਪਤਾ ਕੋਈ ਬਹੁਤਾ ਲੰਬਾ ਟਾਈਮ ਨਹੀਂ, ਥੋੜੇ ਟਾਈਮ ਦੀ ਪਹਿਲਾਂ ਦੀ ਗੱਲ ਆ। ਸੜਕਾਂ ਪੱਕੀਆਂ ਗਲੀਆਂ ਹੁਣ ਬਣੀਆਂ, ਉਦੋਂ ਪਹਿਲਾਂ ਕੱਚੇ ਰਾਹ ਡੰਡੀਆਂ ਹੁੰਦੀਆਂ ਸਨ, ਤੇ ਉਹਨਾਂ ਵਿੱਚੋਂ ਦੀ ਲੰਘਦੇ ਆ ਮਿੱਟੀ ਘੱਟਾ ਪੈਰਾਂ ਨੂੰ ਕੂੜਾ ਕਰਕਟ ਲੱਗ ਜਾਣਾ ਆਮ ਜੀ ਗੱਲ ਸੀ। ਇੱਕ ਕਿਰਿਆ ਮੰਦਰ ਜਾਣ ਦੀ, ਮਸੀਤ ਜਾਣ ਦੀ, ਗੁਰਦੁਆਰੇ ਜਾਣ ਦੀ ਵੀ ਆਪਣੇ ਹੱਥ ਪੈਰ ਮੂੰਹ ਧੋ ਕੇ ਆਉਣੇ ਆ, ਸਾਫ਼ ਕਰਕੇ ਆਉਣੇ ਆ ਵਧੀਆ ਸੋਹਣੇ ਢੰਗ ਨਾਲ। ਪਰ ਉਹਨਾਂ ਨੂੰ ਅੱਜ ਆਪਾਂ ਕਿਸ ਨਮੂਨੇ 'ਚ ਦੇਖਦੇ ਆ, ਉਹ ਤੁਸੀਂ ਅੰਦਾਜ਼ਾ ਲਾਓ। ਉਹ ਤਾਂ ਇੱਕ ਕਿਰਿਆ ਬਣ ਗਈ ਨਾ ਵੀ ਆਹ ਕੰਮ ਤੈਅ ਕਰਕੇ ਆਉਣਾ, ਸਫਾਈ ਦਾ ਧਿਆਨ ਰੱਖਦਿਆਂ ਹੋਇਆਂ। ਅੱਜ ਕਿਰਿਆ ਕੀ ਬਣ ਗਈ? ਕੇਵਲ ਤੇ ਕੇਵਲ ਪੈਰ ਸੁੱਚੇ ਕਰ ਲਓ ਭਾਈ, ਭਾਵੇਂ ਪੈਰ ਸਾਫ਼ ਹੋਣ ਤਾਂ ਵੀ ਦੋ ਛਿੱਟੇ ਮਾਰੇ ਨੇ, ਤੇ ਭਾਵੇਂ ਪੈਰ ਲਿਬੜੇ ਹੋਣ ਤਾਂ ਵੀ ਛਿੱਟੇ ਦੋ ਕੀ ਮਾਰੇ ਨੇ। ਤੁਸੀਂ ਸੋਚਿਆ ਉਹ ਕਦੇ ਵੇਖਿਆ ਹੋਵੇਗਾ ਵੀ ਜਦੋਂ ਰਾਮ ਵਨਵਾਸ ਨੂੰ ਗਿਆ ਨਾ, ਉਹ ਆਪਣੇ ਵੱਲੋਂ ਨੇੜੇ ਨੇੜੇ ਜਿੱਥੇ ਆਸੇ ਪਾਸੇ ਕੋਈ ਉਹਦੇ ਰੱਬੀ ਪਿਆਰਾ ਰਹਿੰਦਾਗਾ ਤਾਂ ਉੱਥੇ ਜਾਂਦੇ ਆ ਤਾਂ ਸਭ ਤੋਂ ਪਹਿਲਾਂ ਉਹ ਆਪਣੇ ਕਿਰਿਆ ਕਰਦੇ ਨੇ, ਕਿਹੜੇ ਪੈਰ ਸਾਫ਼ ਕਰਦੇ ਨੇਗੇ। ਪਰ ਮੰਨਿਆ ਗਿਆ ਕਹਿੰਦੇ ਪਾਣੀ ਦੀ ਥੋੜ ਕਾਰਨ ਕਰਕੇ ਨਾ ਉਹ ਪੈਰਾਂ ਨੂੰ ਚੰਗੀ ਤਰ੍ਹਾਂ ਨਹੀਂ ਧੋਂਦੇ, ਉਹ ਪੈਰਾਂ ਨੂੰ ਕੇਵਲ ਤੇ ਕੇਵਲ ਸੁੱਚਾ ਕਰਨ ਦੇ ਢੰਗ 'ਚ ਹੀ ਬਹਿ ਗਏ। ਉੱਥੋਂ ਇਹ ਰੀਤਾਂ ਸਾਡੇ ਸਮਾਜ ਵਿੱਚ ਆ ਗਈਆਂ, ਉੱਥੋਂ ਇਹ ਰੀਤਾਂ ਸਾਡੇ ਗੁਰੂ ਘਰਾਂ 'ਚ ਆ ਗਈਆਂ। ਸੁੱਚਾ ਕਰਨ ਦਾ ਮਤਲਬ ਦੋ ਛਿੱਟੇ ਜੇ ਮਾਰੇ ਅੰਦਰ ਵਾਗੇ, ਬਸ ਇਦਾਂ ਦੀ ਰੀਤ ਨਹੀਂ। ਮਤਲਬ ਇਹ ਸਾਡਾ ਸਾਰਾ ਜੀਵਨ ਮਨਮਤ ਨਾਲ ਜੁੜ ਕੇ ਇੱਕ ਬੱਧਾ ਚੱਟੀ ਵਾਲਾ ਸਿਸਟਮ ਬਣ ਜਾਂਦਾ। ਗੁਰੂ ਸਾਹਿਬ ਜੀ ਕਹਿੰਦੇ ਇਹ ਨਹੀਂ ਮੈਨੂੰ ਚੰਗਾ ਲੱਗਦਾ, ਇਹ ਮੈਨੂੰ ਵਧੀਆ ਨਹੀਂ ਲੱਗਦਾਗਾ। ਪਰ ਅਸਲ ਦੇ ਵਿੱਚ ਕੀ ਆ ਵੀ ਤੂੰ ਆਪਣੇ ਜੀਵਨ ਦੇ ਵਿੱਚੋਂ ਭਾਈ ਥੋੜੀ ਥੋੜੀ ਗੱਲ ਨੂੰ ਰੋਜ਼ ਸਮਝ ਤੇ ਆਪਣੇ ਜੀਵਨ ਨੂੰ ਬਦਲ। ਵੀ ਗੁਰੂ ਸਾਹਿਬ ਕਹਿਣਾ ਕੀ ਚਾਹੁੰਦੇ ਨੇ, ਪਾਤਸ਼ਾਹ ਜੀ ਇਹ ਗੱਲ ਮੇਨ ਕਹਿਣੀ ਚਾਹੁੰਦੇ ਨੇ ਵੀ ਬੱਧਾ ਚੱਟੀ ਜੋ ਭਰੇ ਨਾ ਉਹਦੀ ਜ਼ਿੰਦਗੀ 'ਚ ਗੁਣ ਆਵੇਗਾ ਤੇ ਨਾ ਹੀ ਉਹਦੀ ਜ਼ਿੰਦਗੀ 'ਚ ਕੋਈ ਉਪਕਾਰੀ ਕੰਮ ਆਵੇਗਾ। ਪਰ ਉਪਕਾਰੀ ਕੰਮ ਆਵੇਗਾ, ਜੇ ਆਵੇਗਾ ਵੀ ਤਾਂ ਉਹ ਹੋ ਸਕਦਾਗਾ ਲੋਕਾਂ ਨੂੰ ਵਿਖਾਉਣ ਦੇ ਲਈ ਹੋਵੇ। ਚਲੋ ਮੈਂ ਇੱਥੇ ਬਹੁਤਾ ਨਹੀਂਗਾ, ਤੁਸੀਂ ਆਪ ਹੀ ਸਿਆਣੇ ਹੋ। ਲੋਕਾਂ ਨੂੰ ਵਿਖਾਉਣ ਲਈ ਨਹੀਂ, ਆਪਣੀ ਜ਼ਿੰਦਗੀ ਨੂੰ ਸਫਲ ਕਰਨ ਦੇ ਲਈ ਕੰਮ ਕਰਨਾਗਾ। ਭੋਜਨ ਆਪਾਂ ਲੋਕਾਂ ਨੂੰ ਵਿਖਾ ਕੇ ਨਹੀਂ ਛਕਦੇਗੇ, ਆਪਾਂ ਆਪਣੇ ਪੇਟ ਨੂੰ ਭਰਨ ਦੇ ਲਈ, ਸਰੀਰ ਨੂੰ ਤਾਕਤ ਦੇਣ ਦੇ ਲਈ ਭੋਜਨ ਛਕਦੇ ਆ। ਕੋਈ ਵਧੀਆ ਸਕਦਾ, ਕੋਈ ਘਟੀਆ ਸਕਦਾ, ਕੋਈ ਰੁੱਖਾ ਸਕਦਾ, ਕੋਈ ਚੋਪੜਿਆ ਸਕਦਾ, ਉਹ ਇੱਕ ਵੱਖਰੀ ਗੱਲ ਆ। ਪਰ ਭੋਜਨ ਆਪਣੇ ਲਈ ਆ, ਪਾਣੀ ਪੀਣਾ ਸਾਡੀ ਪਿਆਸ ਬੁਝਾਉਂਦਾ ਸਾਡੇ ਲਈ ਆ, ਉਹ ਲੋਕਾਂ ਨੂੰ ਵਿਖਾ ਕੇ ਨਹੀਂਗਾ। ਪਰ ਜਦੋਂ ਦੂਜੇ ਕੰਮ ਆਪਾਂ ਦੁਨੀਆ ਵਿੱਚ ਰਹਿੰਦੇ ਕਰਦੇ ਆ ਨਾ, ਉਹਦੇ ਵਿੱਚ ਵਿਖਾਵਾ ਜਿਹੜਾ ਕਾਫੀ ਵੱਡੇ ਪੱਧਰ ਤੇ ਆ ਜਾਂਦਾ। ਉਹ ਵਿਖਾਵੇ ਕਰਕੇ ਸਾਡੀ ਦੁਨੀਆ ਅੱਜ ਬੱਧਾ ਚੱਟੀ ਵਿੱਚ ਫਸੀ ਪਈ ਆ। ਭੋਗ ਪੈਂਦੇ ਨੇ ਵਿਖਾਵਾ, ਕੁਛ ਨਹੀਂ ਹੈ ਪੱਲੇ।
माफ़ करना, मैं कदे कदे सोचता हुन्ना कई बार ना, मान लो मैं मकान बना लिया, मैं अखंड पाठ सहज पाठ करवाया, मैनू पुछो तू क्यों करवाया, कहंदा जी शुकराने वास्ते। नहीं, नहीं तो तू गप मारी जाना, ग्रंथी तो मरवाई जाना गप, शुकराने वास्ते थोड़ी कर रहा तैं अखंड पाठ जां सहज पाठ, ना होर काहदे वास्ते आ। सच्ची गल तो यह तू अपना घर दिखाउण वास्ते कीता गा, बद्धा चट्टी है तां। फिर उत्थे बड़े बड़े मोहतबार बड़े बड़े लोग सद्दे ने, आ देखो मैं सोडे नालों घट नहीं, मैं भी एडा वड्डा घर पालिया, देख लो ये तां कीता। ये सोच के देखो कदे कदे वो दिन कदों आऊगा भी जदों मैं तां 15 दिन 20 दिन बाणी सुननी है भाई, बस मैनू कोई मतलब नहीं मेरे घरे कौन आउंदा कौन नहीं आउंदा, मतलब ही नहीं मैनू तां है। बस मैनू मतलब की है, मैनू मतलब गुरु की बाणी विचों कुछ प्राप्त करना। मैं बद्धा चट्टी वाला काम नहीं करना भी दिखाता ओ कर लिया जो कर लिया, पैसे ना गल तोलती, इदा नहीं है। सो गुरु साहब कृपा करना। दूजे पातशाह जी कहते फिर भाई अपनी जिंदगी विचों बद्धा चट्टी वाला पक्ष जिहड़ा वो खत्म कर दे। बद्धा चट्टी जो भरे ना गुण, ना तैनूं उहदे चों गुण मिलिया, ना कोई पर उपकारी काम तेरी जिंदगी विच पैदा होया। कोई असली सच दा बूटा तो लगे ही नहीं गा। जिहड़ा एक अद्धा बूटा लग्या सी गुण सीगा ना, वो भी पट्टिया गया अक्सर, वो भी खत्म हो गया। नहावन चले तीरथी मन खोटे तन चोर, एक भौ लत्ती नहाते दोए भा चढ़ी अस, होर बूटा पट्टिया गया, उत्थे औगुणा दा बूटा लग गया। फिर पाशा जिक्र की करते ने, सेती खुशी सवारी है नानक कारज सार। जे कारज सफल करवाने ने, खुशी प्राप्त करनी है, तो बद्धा चट्टी अनमत्ती मनमत्ती अज्ञानता वाले काम वो छड्डने पैणगे। ते वो काम गुरु साहब अज नहीं, भाई गुरदास वर्गे ने, गुरु नानक साहब वर्गे ने किन्ने सोहणे लफजां विच बयान कीता, तुहाडे सारिआं दे ध्यान च नहीं। सारिआं ध्यान च ना, बलहारी गुर अपने दिओहाड़ी सदवार, जिन मानस ते देवते किए करत ना लागी वार। जे सो चंदा उगवै सूरज चढ़े हजार, इते चानण हुंदियां गुर बिन घोर अंधार। गुर बिन घोर अंधार, गुरु बिन समझ ना आवे। गुरु तो बिना की है घोर अंधार, गुरु बिना समझ ना आवे। गुरु तो बिना समझ नहीं आउंदी। गुरु कित्थे आ? सिर्फ गुरु दा ते सिख दा ना, जिवें गंढे दा छिल्लड़ हुंदा गा, ओहदे सन च एक पड़दा हुंदा मामूली जा, वो पड़दा दूसरे छिल्लड़ तक पहुंचण तो रोक पाउंदा गा। वो सन च पड़दे दी पावर कोई नहीं, पर है नॉर्मल जिहा पड़दा। इदां ही गुरु ते गुरु दे सिख विच जिवें गंढे दा पड़दा ना, इवें जिवें वो पड़दा बन गया एक अज्ञानता दा। वो अज्ञानता दे पड़दे विचों दी रोशनी गुरु वाली साडे तक पहुंचदी नहीं है ना। फिर वो रोशनी नूं भाई गुरदास ने किवें बयान कीता? सतगुर नानक प्रगटिया मिटी धुंध जग चानण होआ। हुण चेता रखियो, इत्थे जिक्र कीता मिटी धुंध, धुंध दी थां ते हनेरा भी लिख सकदे सी। मिटिया हनेरा चानण होआ, पर पता हनेरे दी होंद कोई नहीं। हनेरा जिन्ना मर्जी संघना होवे, जिन्ना मर्जी गूढ़ा होवे, जदों भी बल्ब बत्ती चल पई ना, हनेरा खत्म आ। पर जे आपां देखिए धुंध आ ना जिहड़ी, जे आपां बाहरी तौर ते भी देखिए, बाहरी तौर ते भी धुंध इन्नी क नुकसानदेह आ हनेरे नालों। हनेरे नूं लाइटां ने वड्डियां वड्डियां सर्च लाइटां ने दूर करता, भजाता, पर जिहड़ी धुंध आ ना, ओहदे विच दी आपां नूं पता भी सूरज नालों वड्डी लाइट कोई हो नहीं सकदी गी। ओह सूरज दी रोशनी नूं भी रोक लैंदी आ। इत्थे वो धुंध दा नक्शा बना के भाई गुरदास ने सानू समझा दिता। की समझाएगा? तेरे जीवन विच, मतलब साडे जीवन विच अज्ञानता दी इन्नी धुंध चढ़ गई, सच दा सूरज ना बस एक गंढे दे पड़दे नालों नेड़े आ सच दा सूरज, पर वो अज्ञानता दी धुंध तेरे हिरदे तक सच दे सूरज दा प्रकाश आउण नहीं दिंदी। वो ज्ञानता की धुंध नूं दूर करने दे लई ना अपने जीवन विचों फिर पातशाह जी कहंदे सच दा सूरज तैनूं प्रकाश करना पवेगा। भाई गुर बिन घोर अंधार, गुरु बिना उहदे तो बिना समझ नहीं आवेगी, उहदे तो बिना तू जिंदगी च ठोकरां खावेगा। फिर पातशाह जिक्र करते ने बद्धा चट्टी जो भरे ना गुण ना उपकार। फिर पातशाह जी कहते ने सेती खुशी सवारी है नानक कारज सार। अगले बंद विच कहते ने मन हठ तरफ जे जे पई जे बहुता घाले। मन हठ मन दी हिंड, मन हठ तो भाव मन दी हिंड। अज ज्यादातर मनुख नूं जिहड़ी मारदी है ना, मन दी हिंड ही मार रही है। हिंड जिन्हों आपां कहीए तू हिंड छड्ड दे भाई आपदी, जे बंदा हिंड ना छड्डे ना कतल भी हो जाते हैं।
हिंड छड़ दे काम निबड़ जांदा, सवर जांदा काम। इत्थे लिखिया मन हठ तरफ। फिर पातशाह जी कहंदे ना, जे पई जे बहुता घाले तरफ जिणै सत भाव दे जन नानक शब्द विचारे। जे मन की हिंड दूर करनी ना, तैनूं शब्द की विचार करनी पवेगी। एक गल ध्यान च रखियो, गुरु नानक साहब का जीवन तुसीं बड़े प्यार दे नाल पिछले दिनों में सुनिया। गुरु गोबिंद सिंह महाराज जी का जां किसी भी जीवन की गल करिए ना, तुसीं सारे समझदे हो गुरु साहब दे विच उन्हां दे दिमाग च कह लो, उन्हां दी बुद्धि च कह लो, हिंड नां दी चीज़ नहीं सी, हिंड नां दी चीज़ नहीं सी। हुण देखो दिल्ली मोर्चा चलदा, दोने तरह की माफ़ करना आपां अपने दे हक च, ऐसी गल नहीं भी नहीं हक च, हिंड ते गल खड़ी आ। एक दोने धिरां दे अंदर दा जिहड़ा पक्ष आ हिंड ते खड़ गया। पर गुरु नानक साहब वाल निगाह मार के वेखी, उन्हां विच हिंड नहीं सी। मैनूं लगदा भी जित्थों तक मैं सोचिया ना जां मैं वेख रिहांगा भी उन्हां दे दिमाग विच हिंड नहीं सीगी। जिन्हों आपां कह लईए मन दा हठ, ये मन दी हिंड ਜਿਹੜੇ गुरु नानक साहब दी बाणी नालों उल्ट साधड़े लोग आ ना, बाबे लोग ने, उन्हां च हैगी आ हिंड, उन्हां च हैगी आ। मेरे बोलण आ कुछ हो ना होया ते मैं धौण कटा दूं, ना होया मैं मर जूं, ना होया मैं मच जूं, वो हिंड आ। बाबा नानक नहीं कहंदा, वो तां कहंदा नहीं भाई तेरे कर्मां ते डिपेंड आ, वो कहता तेरे कर्मां ते डिपेंड हैगा, पर मेरे ही मन करके मैं अपनी हिंड करके नहीं कुछ कर सकदा। मन हठ तरफ ना जे पई जे बहुता घाले तरफ जिने सब सत भाव दे जन नानक शब्द विचारे। शब्द दी विचार रूपी रस विच आ, फिर तेरी जिंदगी सफल हो सकती है। फिर पासे जिक्र करते ने, करता कारण जिन किया सो जाने सोई। वो करता पुरख आप सब कुछ जानता है, वो जानन वाले वाहिगुरू नाल आपां सारिਆਂ ने जुड़ना है। बद्दा चट्टी वाला काम छड्ड के ਉਹਦੇ ਨਾਲ जुड़ जाएगे। आपे सृष्ट उपायन आपे फुन गोई, वो आप ही पैदा करदा ते आप ही खत्म करदा है। फिर वो हिंडां तोड़ दिंदा भाई साडियां। हिंड हंकार, हंकार दे किले वो भन्न दिंदा, ਉਹਦੇ ਕੋਲੇ बड़ी वड्डी ताकत आ गई। जुग चारे सब भव थकी किन कीमत होई। भावें एक उम्र की गल नहीं थी, 4 जुगां की गल करती कि इशारा किया, भावें तू जिन्ना मर्जी लंबा टाइम अपनी हिंड दे मगर तुरिया फिर, पर सफलता नहीं मिलेगी। फिर पातशाह जी कहते ने, सतगुर एक दखालिया। सतगुर ने ना एक परमात्मा ही दिखाया मैनू, ते कक्के पैर विच औंकड़ा रब एक है, परमात्मा एक दिखा दिता। मन तन सुख होई, फिर मेरा मन भी सुखी हो गया ते मेरा तन भी सुखी हो गया। मैनू सारे भाव एक परमात्मा दे धी पुत्र लगन लग गए। मैनू इन्हां विच फर्क कोई नहीं दिंदा हैगा। कदे सोच के देखियो, धन आ गुरु नानक साहब जिन्हां ने बूटा लाया, धन आ गुरु गोबिंद सिंह जिन्हां ने इस बूटे विच अपने पुत्तां दे खून दा पानी पाया। दुनियावी पानी तो हरेक ही पांदा है ना, अपने मां दे खून दा पानी, अपने बापू दे खून दा पानी, अपने पुत्तां दे खून दा पानी, पर ਉਹਦਾ ਮੁੱਲ ਕਿੰਨਾ ਕੁ ਉਤਾਰਿਆ ਸੀ, नहीं ਉਤਾਰਿਆ। ਉਹ ਕਰਜ਼ ਸਾਡੇ ਸਿਰ ਹੈਗਾ। ਚਲੋ ਫਿਰ ਗੁਰੂ ਸਾਹਿਬ ਨੇ 10ਵੇਂ ਜਾਮੇ ਵਿੱਚ ਸਾਨੂੰ ਇੱਕ ਪਰਮਾਤਮਾ ਨਾਲ ਜੋੜਦਿਆਂ ਹੋਏ ਨਾ ਇੱਕ ਵਾਟੇ ਨੂੰ ਮੂੰਹ ਲਵਾਤਾ, ਤੇ ਇੱਕ ਵਾਟੇ ਨੂੰ ਮੂੰਹ ਲਾਉਣਾ ਏਕੇ ਦਾ ਪ੍ਰਤੀਕ ਹੈਗਾ। एक ਵੱਖਰਾ विषय भी कोई उधर उधर ही किसी तल ਨੂੰ ਬਿਮਾਰੀ है ना, ਉੱਥੇ ਤਾਂ ਆਪਾਂ ਪਰਿਵਾਰ ਦੇ ਵਿੱਚ ਵੀ ਪਰਹੇਜ਼ ਕਰਦੇ ਵੀ ਕੋਈ ਗੱਲ ਨਹੀਂ ਭਾਈ ਥੋੜੀ ਜੀ ਬਚਤ ਰੱਖੋ। ਡਾਕਟਰ ਵੀ ਕਹਿੰਦਾ ਕਿ ਥੋੜੇ ਦਿਨਾਂ ਵਾਸਤੇ ਤੁਹਾਨੂੰ ਬਚਤ ਰੱਖਣੀ ਪਊਗੀ, ਉਹ ਇੱਕ ਅਲੱਗ ਵਿਸ਼ਾ। ਪਰ ਏਕਤਾ ਦਾ ਪ੍ਰਤੀਕ ਸੂਤ ਸਾਤ ਉੱਚ ਨੀਚ ਸਭ ਕਾਸੇ ਤੋਂ ਪਾਸੇ ਕਰਕੇ ਇੱਕ ਭਾਂਡੇ ਨੂੰ ਮੂੰਹ ਲਵਾ ਦਿੱਤਾ। पर चेता रखियो, अज वो एक भांडे नूं मूँह लाउण वाले ते एक भांडे नूं मूँह लवाउण वाले लोग वो भी गुरु नानक साहब दी, गुरु गोबिंद सिंह महाराज दी सिक्ख्या तो कोहां दूर हो गए। उन्होंने भी भाई भांडे अज अड अड बना ले। आ शूदर जात वालियां दा भांडा, आ वड्डी जात वालियां दा भांडा। उन्होंने खंडे ते वाटे नूं अपनी मर्जी मुताबक बना लिया। अज दे समय च ये तुसीं पड़चोल कर सकते हो। 5 प्यारिਆਂ दी पावर बहुत ज्यादा वड्डी है, बहुत ज्यादा, जिन्नी भी आपां कह दईए। पर चेता रखियो, ये वो 5 प्यारे होण जिन्हां दी पावर वड्डी दा जिक्र कीता, जिहड़े गुरु गोबिंद सिंह महाराज दे सिद्धांत नूं समर्पित होण। ये वो 5 प्यारे नहीं ਜਿਹੜੇ ਕਿਸੇ ਬਾਬੇ ਦੇ ਸਿਧਾਂਤ ਨੂੰ ਸਮਰਪਿਤ ਨੇ, ਵੀ ਜੋ ਬਾਬਾ ਕਹਿੰਦਾ ਹੈਗਾ ਆਪਾਂ ਉਵੇਂ ਕਰਨਾ, ਵੀ ਸ਼ੂਦਰਾਂ ਲਈ ਹੋਰ ਖੰਡੇ ਵਾਟੇ ਦਾ ਅੰਮ੍ਰਿਤ ਤਿਆਰ ਕਰ ਲਓ ਤੇ ਦੂਜਿਆਂ ਲਈ ਹੋਰ ਕਰ ਲਓ, ਉਹ ਨਹੀਂਗਾ। ਪਰ ਚੇਤਾ ਰੱਖਿਓ, ਅੱਜ ਦੇ ਸਮੇਂ ਵਿੱਚ ਇਹ ਸਭ ਕੁਝ ਹੈ। ਇੱਕ ਵੀਰ ਹੈਗਾ
ਗੁਰਬਖਸ਼ ਸਿੰਘ ਕਾਲਾ ਅਫਗਾਨਾ ਉਹਦਾ ਨਾਮ। ਬੜੀਆਂ ਕਿਤਾਬਾਂ ਲਿਖੀਆਂ ਵੀਰ ਨੇ, ਸਾਡੀ ਕੌਮ ਦਾ ਵਿਦਵਾਨ ਆ, ਪਰ ਸਾਡੇ ਸਿੱਖ ਕੌਮ ਵੱਲੋਂ ਨਾ ਉਹਨੂੰ ਛੇਕਿਆ ਹੋਇਆ, ਪਾਸੇ ਕੀਤਾ ਹੋਇਆ। ਸੱਚਿਆ ਜਾਨੂੰ ਪਾਸੇ ਅਗਲਾ ਕਰ ਹੀ ਦਿੰਦਾ ਹੁੰਦਾ ਵੀ ਇਹਨਾਂ ਤੋਂ ਕੀ ਕਰਾਉਣਾ, ਵਿੱਚ ਭੜਿੱਕਾ ਲਾਉਣਗੇ, ਪਾਸੇ ਕਰੋ ਇਹਨਾਂ ਨੂੰ। ਉਹਨੇ ਇੱਕ ਨਾ ਆਪਣੀ ਜ਼ਿੰਦਗੀ ਦੀ ਕਹਾਣੀ ਲਿਖੀ। ਚਲੋ ਆਪਣਾ ਟਾਈਮ ਹੋ ਗਿਆ। ਉਹ ਕਹਿੰਦਾ ਮੈਂ ਤੇ ਮੇਰੀ ਮਾਂ ਨਾ ਕਹਿੰਦਾ ਅੰਮ੍ਰਿਤ ਛਕਣ ਵਾਗੇ। ਕਹਿੰਦਾ ਮੈਂ ਨਿੱਕਾ ਸੀ, ਮੇਰੀ ਮਾਂ ਹੁਣ ਵੱਡੀ ਆ ਉਮਰ ਦੇ ਵਿੱਚ, ਤਜਰਬਾ, ਕਹਿੰਦਾ ਅੰਮ੍ਰਿਤ ਛਕਣ ਵਾਗੇ, ਪਰ ਮੇਰੀ ਮਾਂ ਕਹਿੰਦਾ ਸੋਧਣ ਬਹੁਤ ਸੀ। ਉਹਨੇ ਆਪਣੇ ਘਰ ਦੀ ਗੱਲ ਲਿਖੀ ਹੈਗੀ ਆਪਣੀ ਕਿਤਾਬ 'ਚ, ਸ਼ਾਇਦ 2 ਨੰਬਰ ਭਾਗ ਦੇ ਵਿੱਚ ਹੈ। ਕਹਿੰਦਾ ਜਦੋਂ ਗਏ ਨਾ, ਕਹਿੰਦਾ ਵੀ ਮੇਰੀ ਮਾਂ ਨੇ ਕਹਿੰਦਾ ਸਾਰਾ ਰੁੱਖ ਜਾ ਦੇਖ ਕੇ, ਉਹਨੂੰ ਪਤਾ ਸੀ ਵੀ ਐ ਛਕਾਉਂਦੇ ਨੇਗੇ, ਰੁੱਖ ਜਾ ਦੇਖ ਕੇ ਕਹਿੰਦਾ ਜਿੱਥੇ ਸੋਹਣੇ ਜਿਹੇ ਨੈਣ ਨਕਸ਼ਿਆਂ ਵਾਲੇ ਵੀਰ ਭਾਈ ਸੀ ਨਾ, ਉੱਥੇ ਲਿਜਾ ਕੇ ਖੜਾ ਲਿਆ। ਕਹਿੰਦਾ ਮੈਨੂੰ ਤਾਂ ਨਾਲੇ ਆਪ ਖੜ ਗਈ ਵੀ ਜਾਂ ਬਾਟਾ ਘੁੰਮ ਕੇ ਆਊਗਾ, ਵੀ ਇਹਨਾਂ ਦਾ ਜੂਠਾ ਤਾਂ ਮੈਂ ਪੀ ਲੂੰਗੀ, ਕਿਤੇ ਆ ਸ਼ੂਦਰਾਂ ਦਾ ਜੂਠਾ, ਕਾਲੇ ਪੀਲਿਆਂ ਦਾ ਜੂਠਾ ਕਿਤੇ ਮੇਰੇ ਕੋਲੇ ਨਾ ਜੇ ਤੇ ਮੈਂ ਇਹ ਨਹੀਂ ਪੀ ਸਕਾਂਗੀ। ਚਲੋ 1 ਨੂੰ ਪਿਆਇਆ, 2 ਨੂੰ ਪਿਆਇਆ, ਸਾਰੀ ਕਿਰਿਆ ਕੀਤੀ ਸੰਖੇਪ ਪੱਖ। ਕਹਿੰਦਾ ਜਦੋਂ ਬਾਟਾ ਸਾਰੇ ਹੀ ਚੱਕ ਕੇ ਮੂੰਹ ਨੂੰ ਲਵਾਉਣ ਲੱਗੇ ਨਾ 5 ਪਿਆਰੇ, ਕਹਿੰਦਾ ਮੇਰੀ ਮਾਂ ਨੇ ਚਲੋ ਉੱਥੇ ਸ਼ੁਕਰ ਕੀਤਾ ਵੀ ਮੈਨੂੰ ਕਿਸੇ ਦਾ ਜੂਠਾ ਨਹੀਂ ਪੀਣਾ ਪਿਆ। ਮਨ ਦੇ ਵਿੱਚ, ਦਿਮਾਗ ਦੇ ਵਿੱਚ ਸ਼ੰਕੇ ਆ ਵੀ ਮੈਨੂੰ ਇੱਥੇ ਜੂਠਾ ਨਹੀਂ ਪੀਣਾ ਪਊ ਕਿਸੇ ਦਾ। ਤੇ ਹੁਣ ਅਰਦਾਸ ਕਰਨ ਲੱਗੀ। ਕਹਿੰਦਾ ਮੈਂ ਉਹ ਅਰਦਾਸ ਸੁਣੀ ਆਪਣੇ ਕੰਨਾਂ ਨਾਲ। ਗੁਰਬਖਸ਼ ਸਿੰਘ ਕਹਿੰਦਾ ਮੈਂ ਆਪਣੇ ਕੰਨਾਂ ਨਾਲ ਸੁਣੀ। ਕਹਿੰਦਾ ਮੇਰੀ ਮਾਂ ਨੇ ਅਰਦਾਸ ਕੀਤੀ, ਕਹਿੰਦੀ ਹੇ ਗੋਬਿੰਦ ਸਿੰਘਾ, ਕਹਿੰਦੀ ਮੇਰੀ ਤੇਰੇ ਅੱਗੇ ਅਰਦਾਸ ਆ, ਕਹਿੰਦੀ ਆ ਜਿਹੜਾ ਬਾਟਾ ਮੂੰਹ ਨੂੰ ਲਵਾਇਆ ਨਾ, ਜਿਹੜਾ ਇਹਦੇ ਵਿੱਚ ਅੰਮ੍ਰਿਤ ਆਗਾ ਭਰਿਆ ਹੋਇਆ ਗਾ, ਇਹ ਰਾਹ 'ਚ ਹੀ ਮੁੱਕ ਜੇ, ਇੱਧਰ ਹੀ ਮੁੱਕ ਜੇ। ਹੁਣ ਮੇਰੇ ਕੰਨੀ ਗੇੜਾ ਖਾ ਕੇ ਨਾ ਆਵੇ, ਇਹ ਮੇਰੇ ਕੰਨੀ ਗੇੜਾ ਖਾ ਕੇ ਨਾ ਆਵੇ। ਕਹਿੰਦਾ ਮੈਂ ਉਦੋਂ ਨਿੱਕਾ ਜਿਹਾ ਸੀ, ਕਹਿੰਦਾ ਮੈਂ ਹੱਸ ਪਿਆ। ਮਾਂ ਤੂੰ ਇਹ ਅਰਦਾਸ ਕੀ ਕਰਦੀ ਹੈ? ਮੈਂ ਤਾਂ ਨਹੀਂ ਕਹਿੰਦਾ, ਮੈਂ ਕਹਿੰਦਾ ਉਦੋਂ ਬੋਲ ਪਿਆ ਵੀ ਮੈਂ ਕਹਿਣਾਗਾ ਵੀ ਤੇਰੀ ਗੋਬਿੰਦ ਸਿੰਘ ਆਹ ਅਰਦਾਸ ਤਾਂ ਨਾ ਪੂਰੀ ਕਰਦਾ ਨਹੀਂਗਾ, ਮੈਨੂੰ ਲੱਗਦਾ। ਕਹਿੰਦਾ ਗੋਬਿੰਦ ਸਿੰਘ ਨੇ ਪੂਰੀ ਵੀ ਨਹੀਂ ਕੀਤੀ। ਸਾਰਿਆਂ ਵਿੱਚੋਂ ਦੀ ਕਹਿੰਦਾ ਉਹ ਬਾਟਾ ਹੁੰਦਾ ਹੋਇਆ, ਸਾਰਿਆਂ ਵਿੱਚੋਂ ਦੀ ਬਾਟਾ ਹੁੰਦਾ ਹੋਇਆ ਮੇਰੀ ਮਾਂ ਕੋਲੇ ਆ ਗਿਆ। ਹੁਣ ਮੇਰੀ ਮਾਂ ਕਹਿੰਦਾ ਨਾ ਤਾਂ ਮੂੰਹ ਲਾਉਣ ਜੋਗੀ ਤੇ ਨਾ ਮੂੰਹ ਪਿੱਛੇ ਕਰਨ ਜੋਗੀ। ਕਹਿੰਦਾ ਤੇ ਕਈ ਵਾਰ ਇਦਾਂ ਦੇ ਹਾਲਾਤ ਇਹ ਸਾਡੇ ਜੀਵਨ ਵਿੱਚ ਵੀ ਵਾਪਰਦੇ ਨੇ, ਸਾਡੇ ਜੀਵਨ ਵਿੱਚ ਵੀ ਇਹ ਘਟਨਾਵਾਂ ਵਾਪਰਦੀਆਂ ਨੇ, ਪਰ ਇਹ ਘਟਨਾਵਾਂ ਤੋਂ ਸਾਨੂੰ ਦੂਰ ਹੋ ਜਾਣਾ ਚਾਹੀਦਾ। ਫਿਰ ਪਾਤਸ਼ਾਹ ਜੀ ਕਹਿੰਦੇ ਤੂੰ ਮਾਨਸ ਕੀ ਜਾਤ ਸਭੈ ਇੱਕ ਹੈ ਪਹਿਚਾਨ ਬੋਦਾ ਧਾਰਨੀ ਬਣ ਜਾਵੇਗਾ। ਕੇਵਲ ਕਹਿਣ ਮਾਤਰ ਨਹੀਂ, ਏਕ ਪਿਤਾ ਏਕ ਸਕੇ ਹਮ ਮੁਬਾਰਕ ਕਹਿਣ ਮਾਤਰ ਨਹੀਂ, ਤੂੰ ਜ਼ਿੰਦਗੀ 'ਚ ਪ੍ਰੈਕਟੀਕਲ ਰੂਪ ਦੇ ਵਿੱਚ ਲੈ ਕੇ ਆਵੇਂਗਾ। ਫਿਰ ਲਾਸਟ ਦੇ ਵਿੱਚ ਗੁਰੂ ਸਾਹਿਬ ਨੇ ਜ਼ਿਕਰ ਕੀ ਕੀਤਾਗਾ, ਗੁਰਮੁਖ ਸਦਾ ਸਲਾਹੀ ਹੈ ਕਰਤਾ ਕਰੇ ਸੋ ਹੋਈ। ਉਹ ਵਾਹਿਗੁਰੂ ਪਰਮਾਤਮਾ ਦੇ ਗੁਣ ਸਾਨੂੰ ਗਾਉਣੇ ਚਾਹੀਦੇ ਨੇ। ਵੱਧਾ ਚੱਟੀ ਵਿੱਚੋਂ, ਅਗਿਆਨਤਾ ਵਿੱਚੋਂ, ਮਨਮਤ ਵਿੱਚੋਂ ਨਿਕਲ ਜਾਣਾ ਚਾਹੀਦਾ। ਊਚ ਨੀਚ ਵਿੱਚੋਂ, ਸੂਤ ਸਾਤ ਵਿੱਚੋਂ ਨਿਕਲ ਜਾਣਾ ਚਾਹੀਦਾ। ਸਾਡੇ ਦਿਮਾਗ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਭਰਮ, ਕੋਈ ਈਰਖਾ, ਕੋਈ ਕਿਸੇ ਤਰ੍ਹਾਂ ਦਾ ਗਲਤ ਪੱਖ ਨਹੀਂ ਹੋਣਾ ਚਾਹੀਦਾ। ਫਿਰ ਸਾਡੀ ਜ਼ਿੰਦਗੀ ਹੀਰਿਆਂ ਦੇ ਭਾਗੀ, ਨਹੀਂ ਤਾਂ ਇੱਕ ਅੱਖਾਂ ਕਾਨਿਆਂ ਦੇ ਭਾਈ ਆ। ਫਿਰ ਭਾਈ ਬਹੁਤੀ ਕੀਮਤ ਦੀ ਨਹੀਂ ਪੈ ਸਕੇਗੀ ਜੇ ਅਸੀਂ ਗਲਤ ਕੰਮਾਂ ਦੇ ਧਾਰਨੀ ਹੋ ਜਾਵਾਂਗੇ। ਸੋ ਅੱਜ ਦੀ ਵਿਚਾਰ ਦੂਜੇ ਪਾਤਸ਼ਾਹ ਦੇ ਜੀਵਨ ਵਿੱਚੋਂ ਵਿਚਾਰ ਆਪਾਂ ਲੈਤੀ ਆ, ਇੱਥੋਂ ਤੱਕ ਸਮਾਪਤੀ ਆ। ਬੋਲਦਿਆਂ ਤੋਂ ਬੜੀਆਂ ਭੁੱਲਾਂ ਰਹਿ ਜਾਂਦੀਆਂ ਨੇ। ਸੰਗਤ ਗੁਰੂ ਸਾਹਿਬ ਬਖਸ਼ਣ ਯੋਗ ਨੇ। ਸਭ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।